राम कली महला चौथा। चौथे पातशाह धन धन सतगुरु श्री गुरु रामदास साहब जी महाराज राम कली राग विच ਇਹ शुभ पावन उपदेश की बख्शिश करते हैं। सतगुर दया करो हर मेला। हे सतगुरु जी अपनी मेहर करो अते मैनू हरि परमात्मा दे नाल मिलना करो जी। मेरे प्रीतम प्राण हर राया। क्योंकि राजा रूप हरि प्रभु मेरे प्राणों का प्यारा है। या हे मेरे प्राणों के प्रीतम प्रकाश रूप हरि प्रभु अपनी मेहर करके मैनू सतगुरु जी दे नाल मिलना करो जी। हम चेरी होए लगा गुर चरणी। मैं दासी होके गुरु दे चरणी लगदी हाँ। जिन हर प्रभ मार्ग पंथ दिखाया। जिस गुरु ने मैनू सारे रस्तियां विचों हरे भरे करन वाले प्रभु दा भगती सहित ज्ञान रूप रस्ता दिखाना कीता है। राम हे भाई या हे परमात्मा मैं हर हर नाम मन पाया। मैनू प्रभु दा हर हर नाम हिरदे विच चंगा लगाया है। मैं हर बिन अवर न कोई बेली। मेरा हरि तो बिना और कोई भी मेरी मित्र नहीं है। मेरा पिता माता हर सखाया। हरि प्रभु ही मेरा पिता माँ बाप अते मित्र रूप है या सहायक है। रहाओ विश्राम देकर फरमान करते हैं। मेरे कखिन प्राण न रह है बिन प्रीतम। प्यारे परमात्मा गुरु तो बिना एक खिन मात्र भी मेरे प्राण नहीं रहिंदे हन। बिन देखे मर है मेरी माया। हे मेरे भाई जनो प्रभु नूं वेखण तो बिना मेरा मर जाना हुंदा है। भाव चित अत्यंत व्याकुल हुंदा है। तन तन वड भाग गुर सरणी आए। हे भाई वो धनता योग अते वड्डे भागां वाले हन जो गुरां दी ओट दे विच आए हन। हर गुर मिल दर्शन पाया। उन्हां ने गुरां दी शरण विच मिल के हरि परमात्मा दा दर्शन दीदार पाउणा कीता है। मैं अवर न कोई सूझा बूझा। मैनू हरि तो बिना होर कोई सुझदा दिखदा नहीं है अते मैं किसी होर नूं समझदा जानदा भी नहीं हाँ। इस प्रकार मैं अवर न कोई सूझा बूझा। हरि तो बिना होर भेदवाद सुझदा नहीं है अते होर सिੱਖਿਆ ਨੂੰ ਪੁੱਛਦਾ भी नहीं है। मन हर जप जपो जपाया। मैं तो अपने हिरदे विच गुरां दा जपाया होया हरि दा जाप ही जपदा है। नाम ही ना फिर है से नकटे। परमात्मा दे नाम तो हीणे मनुख जस रूप नक तो कटे फिरदे हन। तिन कांस कांस नक वडाया। तिन्हां ने परलोक दे विच भी घसा घसा के अपना जस रूप नक वढाउणा कीता है। भाव सब थाई उन्हां नूं बेइज्जत कीता जांदा है। मोको जग जीवन जीवाल लै स्वामी। हे जगत दे जीवन रूप मालिक परमात्मा
ਮੇਰੇ ਤਾਈਂ ਆਤਮਿਕ ਜੀਵਨ ਵਿੱਚ ਜਿਉਂਦਾ ਸਾਨੂੰ ਕਰ ਲੈਣਾ ਕਰ। ਹਿਰਦੇ ਅੰਤਰ ਨਾਮ ਵਸਾਇਆ, ਮੇਰੇ ਹਿਰਦੇ ਵਿੱਚ ਆਪਣਾ ਨਾਮ ਵਸਾਉਣਾ ਕਰ। ਨਾਨਕ ਗੁਰੂ ਗੁਰੂ ਹੈ ਪੂਰਾ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ ਅਤੇ ਗੁਰੂ ਅਮਰਦਾਸ ਜੀ ਪੂਰਨ ਗੁਰੂ ਹਨ। ਮਿਲ ਸਤਿਗੁਰ ਨਾਮ ਧਿਆਇਆ, ਤਿਨਾਂ ਸਤਿਗੁਰਾਂ ਨਾਲ ਮਿਲ ਕੇ ਤੇਰੇ ਨਾਮ ਨੂੰ ਸਿਮਰਿਆ ਜਾ ਸਕਦਾ ਹੈ। ਇਸੇ ਪ੍ਰਕਾਰ ਨਾਨਕਾ ਗੁਰੂ ਗੁਰੂ ਹੈ ਪੂਰਾ। ਉਹ ਸਾਹਿਬ ਕਹਿੰਦੇ ਕਿ ਵੱਡਿਆਂ ਤੋਂ ਵੱਡੇ ਪੂਰਨ ਜੀਵਨ ਵਾਲੇ ਹੋ ਜਾਂਦੇ ਹਨ। ਮਿਲ ਸਤਿਗੁਰ ਨਾਮ ਧਿਆਇਆ, ਜਿਨ੍ਹਾਂ ਨੇ ਸਤਿਗੁਰਾਂ ਦੇ ਨਾਲ ਮਿਲ ਕੇ ਹੇ ਵਾਹਿਗੁਰੂ ਤੇਰੇ ਨਾਮ ਨੂੰ ਧਿਆਉਣਾ, ਆਰਾਧਨਾ ਕੀਤਾ ਹੈ। ਆਰਾਧਨਾ ਆਰਾਧਨਿਕ, ਹਰ ਹਰ ਨਾਮ ਆਰਾਧਨਾ। ਰਾਮ ਕਲੀ ਮਹੱਲਾ ਚੌਥਾ। ਚੌਥੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਰਾਮਕਲੀ ਰਾਗ ਵਿੱਚ ਸ਼ੋਭ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ। ਸਤਿਗੁਰ ਦਾਤਾ ਵੱਡਾ ਵੱਡ ਪੁਰਖ ਹੈ, ਸਤਿਗੁਰੂ ਵੱਡਿਆਂ ਤੋਂ ਵੱਡਾ ਤੇ ਪੂਰਨ ਦਾਤਾ ਹੈ। ਇਸੇ ਪ੍ਰਕਾਰ ਸਤਿਗੁਰ ਦਾਤਾ ਵੱਡਾ ਵੱਡ ਪੁਰਖ ਹੈ। ਸਤਿਗੁਰੂ ਵੱਡੇ ਬ੍ਰਹਮਾ ਆਦਿਕਾਂ ਤੋਂ ਵੀ ਵੱਡਾ ਅਕਾਲ ਪੁਰਖ ਦਾ ਰੂਪ ਅਤੇ ਨਾਮ ਬ੍ਰਹਮ ਗਿਆਨ ਮੁਕਤੀ ਦਾ ਦਾਤਾ ਹੈ। ਜਿਤ ਮਿਲਿਆ ਹਰਿ ਉਰ ਤਾਰੇ, ਜਿਸ ਨੂੰ ਮਿਲ ਕੇ ਜੀਵ ਹਰੀ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰ ਲੈਂਦਾ, ਵਸਾ ਲੈਂਦਾ ਹੈ। ਜੀਅ ਦਾਨ ਗੁਰ ਪੂਰਾ ਦੀਆ, ਪੂਰੇ ਗੁਰਾਂ ਨੇ ਹੀ ਜੀਵਨ ਮੁਕਤੀ ਦਾ ਦਾਨ ਦੇਣਾ ਕੀਤਾ ਹੈ। ਹਰਿ ਅੰਮ੍ਰਿਤ ਨਾਮ ਸਮਾਰੇ, ਪਰ ਅਸੀਂ ਗੁਰਾਂ ਦੁਆਰਾ ਹਰੀ ਪ੍ਰਭੂ ਦੇ ਅੰਮ੍ਰਿਤ ਰੂਪ ਨਾਮ ਨੂੰ ਯਾਦ ਕਰਦੇ ਹਾਂ। ਰਾਮ ਇਹ ਭਾਈ ਗੁਰ ਹਰ ਹਰ ਨਾਮ ਕੰਠ ਤਾਰੇ, ਗੁਰਾਂ ਨੇ ਹਰੇ ਭਰੇ ਕਰਨ ਵਾਲੇ ਹਰੀ ਪਰਮਾਤਮਾ ਦਾ ਨਾਮ ਸਾਡੇ ਗਲ ਵਿੱਚ ਧਾਰਨ ਕਰਵਾਇਆ ਹੈ। ਭਾਵ ਜਿਵੇਂ ਬਾਬਾ ਮੋਹਨ ਜੀ ਦਾ ਜਿਹੜਾ ਵਾਹਿਗੁਰੂ ਨਾਮ ਸੀ ਉਹ ਗਲੇ ਵਿੱਚ ਚੱਲਦਾ ਸੀ। ਭਾਵ ਬੈਖਰੀ ਤੋਂ ਮੱਧਮਾ ਅਵਸਥਾ ਦੇ ਵਿੱਚ ਗੁਰੂ ਸਾਹਿਬ ਨੇ ਸਾਨੂੰ ਵੀ ਪਹੁੰਚਾ ਦਿੱਤਾ ਹੈ। ਇਸੇ ਪ੍ਰਕਾਰ ਰਾਮ ਇਹ ਭਾਈ ਜਨੋ ਗੁਰ ਹਰ ਹਰ ਨਾਮ ਕੰਠ ਤਾਰੇ, ਗੁਰਾਂ ਦੁਆਰਾ ਅਸੀਂ ਹਰ ਹਰ ਨਾਮ ਆਪਣੇ ਕੰਠ ਵਿੱਚ ਧਾਰਨ ਕੀਤਾ, ਪਰੋ ਲੈਣਾ ਕੀਤਾ ਹੈ। ਗੁਰਮੁਖ ਕਥਾ ਸੁਣੀ ਮਨ ਪਾਈ, ਗੁਰਮੁਖਾਂ ਦੁਆਰਾ ਜਾਂ ਮੁਖੀ ਗੁਰਾਂ ਦੁਆਰਾ ਪ੍ਰਭੂ ਦੀ ਸਰੂਪ ਲਖਣਾ ਤਟਸਥੀ ਲਖਣਾ ਵਾਲੀ ਕਥਾ ਸੁਣਨਾ ਕੀਤੀ ਹੈ। ਧੰਨ ਧੰਨ ਵੱਡ ਭਾਗ ਹਮਾਰੇ, ਜੋ ਸਾਡੇ ਮਨ ਸਾਡੇ ਹਿਰਦੇ ਵਿੱਚ ਚੰਗੀ ਲੱਗ ਆਈ ਹੈ। ਇਸੇ ਕਰਕੇ ਸਾਡੇ ਭਾਗ ਲੇਖ ਜਿਹੜੇ ਕਰਮ ਨੇ ਵੱਡੇ ਅਤੇ ਧਨ ਦਾ ਯੋਗ ਹਨ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਕੋਟਾ ਕੋਟਾ 33 ਧਿਆਵ ਹੈ, 33 ਕਰੋੜ ਦੇਵਤੇ ਕਰੋੜਾਂ ਵਾਰ ਜਾਂ 33 ਕਰੋੜ ਦੇਵਤੇ ਤੇ ਕਰੋੜਾਂ ਹੀ ਰਿਸ਼ੀ ਮੁਨੀ ਪ੍ਰਭੂ ਨੂੰ ਧਿਆਉਂਦੇ ਆਰਾਧਦੇ ਹਨ। ਤਾਂ ਕਾ ਅੰਤ ਨ ਪਾਵਹਿ ਪਾਰੇ, ਪਰ ਉਸ ਪਰਮਾਤਮਾ ਦੇ ਪਾਰ ਉਰਾਰ ਦਾ ਅਖੀਰ ਨਹੀਂ ਪਾ ਸਕਦੇ ਹਨ। ਹਿਰਦੈ ਕਾਮ ਕਾਮਣੀ ਮੰਗ ਹੈ, ਹਿਰਦੇ ਵਿੱਚ ਕਾਮਨਾ ਜਾਂ ਕਾਮ ਵਾਸ਼ਨਾ ਵਸੀ ਹੋਣ ਕਰਕੇ
ਇਸਤਰੀ ਮੰਗਦੇ ਹਨ। ਰਿਦ ਮੰਗ ਹਾਥ ਪਸਾਰੇ, ਫਿਰ ਹੱਥ ਪੈ ਲਾ ਕੇ ਰਿਧੀਆਂ ਸਿੱਧੀਆਂ ਮੰਗਦੇ ਰਹਿੰਦੇ ਹਨ। ਹਰ ਜਸ ਜਪ ਜਪ ਵੱਡਾ ਵਡੇਰਾ, ਜੋ ਹਰੀ ਪ੍ਰਮਾਤਮਾ ਦੇ ਕੀਰਤਨ ਦੇ ਜਾਪ ਨੂੰ ਜਪਦਾ ਉਹ ਵੱਡਿਆਂ ਤੋਂ ਵੱਡਾ ਹੈ। ਇਸੇ ਪ੍ਰਕਾਰ ਹਰ ਜਸ ਜਪ ਵੱਡਾ ਵਡੇਰਾ, ਸੋ ਹਰ ਜਸ ਜਪ ਜਪ ਵੱਡਾ ਵਡੇਰਾ, ਹਰੀ ਦਾ ਜਾਸੀ ਸਾਰੇ ਵੱਡਿਆਂ ਤੋਂ ਵੱਡਾ ਹੈ। ਉਹਨੂੰ ਜਪਣ ਵਾਲਾ ਹੋ ਕੇ ਜਪਣਾ ਕਰੋ। ਆਪ ਜਪੋ ਅਵਰੈ ਨਾਮ ਜਪਾਵੋ, ਸੁਣਤ ਕਹਿਤ ਰਹਿਤ ਗਤ ਪਾਵੋ। ਸੋ ਅਸੀਂ ਗੁਰਮੁਖ ਬਣ ਕੇ ਗੁਰਮੁਖ ਰੱਖੋ ਉਰ ਤਾਰੇ, ਜਾਂ ਗੁਰਾਂ ਦੁਆਰਾ ਉਸ ਹਰੀ ਜਾਂ ਹਰੀ ਦੇ ਜਸ ਵਾਹਿਗੁਰੂ ਨਾਮ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਕੇ ਰੱਖਦੇ ਹਾਂ। ਜੇ ਵਡ ਭਾਗ ਹੋਵੇ ਤਾਂ ਜਪੀਐ, ਜੇਕਰ ਬਹੁਤ ਵੱਡੇ ਭਾਗ ਲੇਖ ਕਰਮ ਹੋਣ ਤਾਂ ਹੀ ਪ੍ਰਭੂ ਦਾ ਜਸ ਵਾਹਿਗੁਰੂ ਨਾਮ ਜਪੀਦਾ ਹੈ। ਜੋ ਜਪਦਾ ਹੈ ਹਰ ਭਉ ਜਲ ਪਾਰੇ ਉਤਾਰੇ, ਉਸ ਨੂੰ ਹਰੀ ਪ੍ਰਭੂ ਸੰਸਾਰ ਸਮੁੰਦਰ ਤੋਂ ਪਾਰ ਉਤਾਰ ਦਿੰਦਾ ਹੈ। ਹਰ ਜਨ ਨਿਕਟ ਨਿਕਟ ਹਰ ਜਨ ਹੈ, ਪ੍ਰਭੂ ਸੇਵਕਾਂ ਦੇ ਨੇੜੇ ਵਸਦਾ ਹੈ ਅਤੇ ਸੇਵਕ ਹਰੀ ਦੇ ਨੇੜੇ ਵਸਦੇ ਹਨ। ਹਰ ਰੱਖੈ ਕੰਠ ਜਨ ਧਾਰੇ, ਕਿਉਂਕਿ ਸੇਵਕ ਪਰਮਾਤਮਾ ਨੂੰ ਆਪਣੇ ਕੰਠ ਭਾਵ ਹਿਰਦੇ ਵਿੱਚ ਧਾਰਨ ਕਰਕੇ ਰੱਖਦੇ ਹਨ। ਜਾਂ ਇਸੇ ਪ੍ਰਕਾਰ ਹਰ ਰੱਖੈ ਕੰਠ ਜਨ ਧਾਰੇ, ਪਰਮਾਤਮਾ ਆਪਣੇ ਜਨਾਂ ਨੂੰ ਆਪਣੇ ਅਭੇਦ ਨਿਸ਼ਚੇ ਰੂਪ ਕੰਠ ਵਿੱਚ ਧਾਰਨ ਕਰਕੇ ਰੱਖਦਾ ਹੈ। ਨਾਨਕ ਪਿਤਾ ਮਾਤਾ ਹੈ ਹਰ ਪ੍ਰਭ, ਸਤਿਗੁਰੂ ਮਹਾਰਾਜ ਸਾਹਿਬ ਕਥਨ ਕਰਦੇ ਨੇ ਕਿ ਹਰੇ ਭਰੇ ਕਰਨ ਵਾਲਾ ਪਰਮਾਤਮਾ ਹੀ ਸਾਡਾ ਮਾਂ ਬਾਪ ਹੈ। ਅਸੀਂ ਉਸ ਦੇ ਬਾਰਕ ਬੱਚੇ ਹਾਂ। ਹਮ ਬਾਰਕ ਹਰ ਪ੍ਰਤਪਾਰੇ, ਜਿਵੇਂ ਮਾਂ ਪਿਓ ਬੱਚੇ ਦੀ ਪਾਲਣਾ ਕਰਦੇ ਨੇ, ਹਰੀ ਪਰਮਾਤਮਾ ਆਪ ਹੀ ਸਾਡੇ ਤਾਈਂ ਪਾਲਣਾ ਕਰਦਾ ਹੈ। ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ, ਨਿਮਕ ਨਿਮਕ ਤੁਮ ਹੀ ਪ੍ਰਤਪਾਲੋ, ਹਮ ਬਾਰਕ ਤੁਮਰੇ ਤਾਰੇ। ਜਿਹਵਾ ਏਕ ਕਮਨ ਗੁਣ ਕਹੀਐ, ਬੇਸੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨ ਕਿਨਹੀ ਲਹੀਐ। ਰਾਗ ਰਾਮ ਕਲੀ ਮਹੱਲਾ ਪੰਜਵਾ। ਸਾਧ ਸੰਗਤ ਜੀਓ, ਇੱਥੇ 18 ਸ਼ਬਦ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਸੰਪੂਰਨ ਹੋਏ ਹਨ। ਹੁਣ ਰਾਮਕਲੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਖੁਦ ਆਪਦੀ ਬਾਣੀ ਲਿਖਵਾ ਰਹੇ ਹਨ। ਘਰ ਪਹਿਲਾ, ਪਹਿਲੇ ਸੁਰਤਾਲ ਦੇ ਵਿੱਚ ਵਾਹਿਗੁਰੂ ਜੀ ਦੇ ਅੱਗੇ ਪ੍ਰਾਰਥਨਾ ਕਰਨ ਦੀ ਜਾਚ ਦੱਸ ਰਹੇ ਹਨ। ਇੱਕੋ ਓੰਕਾਰ, ਬੀਜ ਮੰਤਰ ਉਚਾਰਨ ਕਰਕੇ ਪਹਿਲਾਂ ਪ੍ਰਭੂ ਦਾ ਮੰਗਲ ਕਰਦੇ ਨੇ ਕਿ ਇੱਕ ਦੁਤੀ ਬ੍ਰਹਮ ਓੰਕਾਰ ਸਰਬਦਾ ਪ੍ਰਕਾਸ਼ਕ ਹੈ। ਸਤਿਗੁਰ ਪ੍ਰਸਾਦ, ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਕਿਰਪਾ ਕਰਹੁ ਦੀਨ ਕੇ ਦਾਤੇ, ਇਹ ਗਰੀਬਾਂ ਦੇ ਦਾਤੇ ਪ੍ਰਮਾਤਮਾ ਮੇਰੇ ਤੇ ਆਪਣੀ ਕਿਰਪਾ ਮਿਹਰ ਕਰੋ ਜੀ। ਮੇਰਾ ਗੁਣ ਅਵਗੁਣ ਨਾ ਵਿਚਾਰਹ ਕੋਈ, ਮੇਰਾ ਗੁਣ ਅਤੇ ਅਵਗੁਣ ਕੋਈ ਅਵਗੁਣ ਨਾ ਵਿਚਾਰ ਨਾ ਕਰੋ ਜੀ। ਇਸੇ ਪ੍ਰਕਾਰ ਮੇਰਾ ਗੁਣ ਅਵਗੁਣ ਨਾ ਵਿਚਾਰਹ ਕੋਈ, ਮੇਰੇ ਵਿੱਚ ਗੁਣ ਤਾਂ ਕੋਈ ਹੈ ਹੀ ਨਹੀਂ
ਤੇ ਔਗਣਾਂ ਦੀ ਕੋਈ ਵਿਚਾਰ ਨਾ ਕਰੋ ਜੀ। ਸਭ ਅਵਗਣ ਮੈਂ ਗੁਣ ਨਹੀਂ ਕੋਈ, ਕਿਉਂ ਕਰ ਕੰਤ ਮਿਲਾਵਾ ਹੋਈ। ਨਾ ਮੈਂ ਰੂਪ ਨਾ ਬੰਕੇ ਨੈਣਾ, ਨਾ ਕੁਲ ਢੰਗ ਨਾ ਮੀਠੇ ਬਹਿਣਾ। ਮਾਟੀ ਕਾ ਕਿਆ ਧੋਪੈ ਸੁਆਮੀ, ਇਹ ਮਾਲਕ ਪਰਮਾਤਮਾ ਜਿਵੇਂ ਮਿੱਟੀ ਦਾ ਮੈਲਾਪਣ ਕੀ ਧੋਤਾ ਜਾ ਸਕਦਾ ਹੈ। ਮਾਨਸ ਕੀ ਗਤ ਇਹੀ, ਜਿਵੇਂ ਮਨੁੱਖਾ ਸਰੀਰ ਦੀ ਵੀ ਇਹੋ ਜਿਹੀ ਹਾਲਤ ਹੈ। ਭਾਵ ਪੰਜਾਂ ਤੱਤਾਂ ਨੂੰ ਮਿੱਟੀ ਦੀ ਬਣੀ ਹੋਈ ਇਹ ਮਨੁੱਖਾ ਦੇਹੀ ਪਰਮਾਤਮਾ ਦੇ ਨਾਮ ਤੋਂ ਬਿਨਾਂ ਵਰਤ ਤੀਰਥ ਯਾਤਰਾ ਨੇਤੀ ਧੋਤੀ ਆਦਿ ਸਾਧਨਾ ਕਰਕੇ ਸ਼ੁੱਧ ਨਹੀਂ ਹੋ ਸਕਦੀ ਹੈ। ਮੇਰੇ ਮਨ ਮੇਰੇ ਮਨ ਸਤਿਗੁਰ ਸੇਵ ਸੁਖ ਹੋਈ। ਸਤਿਗੁਰਾਂ ਦੀ ਸੇਵਾ ਟਹਿਲ ਕਰ, ਜਿਸ ਕਰਕੇ ਤੈਨੂੰ ਆਤਮਕ ਆਨੰਦ ਦੀ ਪ੍ਰਾਪਤੀ ਹੋਵੇਗੀ। ਜੋ ਇੱਛਾ ਸੋਈ ਫਲ ਪਾਵਹੁ, ਫਿਰ ਜਿਹੜਾ ਕੁਝ ਵੀ ਇੱਛਾ ਕਰੇਗਾ ਉਹੀ ਫਲ ਤੂੰ ਪਾ ਲਵੇਂਗਾ। ਫਿਰ ਦੁੱਖ ਨਾ ਵਿਆਪੈ ਕੋਈ, ਫਿਰ ਕੋਈ ਵੀ ਜੰਮਣ ਮਰਨ ਆਦਿਕ ਦਾ ਦੁੱਖ ਵੀ ਤੈਨੂੰ ਕਦੀ ਨਹੀਂ ਲੱਗੇਗਾ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਕਾਚੇ ਭਾਂਡੇ ਸਾਜਨ ਵਾਂਝੇ, ਪਰਮਾਤਮਾ ਨੇ ਇਹ ਸਰੀਰਾ ਰੂਪ ਕੱਚੇ ਭਾਂਡੇ ਯਾਨੀ ਬਰਤਨ ਰਚ ਕੇ ਅੰਗਾਂ ਪ੍ਰਤੰਗਾਂ ਦੇ ਸਹਿਤ ਨਿਵਾਜੇ ਵਡਿਆਉਣਾ ਕੀਤੇ ਹਨ। ਉੱਤੇ ਹੈ ਮਿੱਟੀ ਹੈ, ਜਿਵੇਂ ਆ ਕੁੰਬੜੇ ਚੌਂਕ ਦੇ ਵਿੱਚ ਉਹ ਬੜੀ ਮੀਨਾਕਾਰੀ ਕੀਤੀ ਹੁੰਦੀ ਹੈ। ਵੇਖ ਕੇ ਬੰਦਾ ਭੁਲੇਖੇ 'ਚ ਪੈ ਜਾਂਦਾ ਵੀ ਪਤਾ ਨਹੀਂ ਇਹ ਕਿਹੜੇ ਦੇਸ਼ 'ਚੋਂ ਆਏ ਨੇ। ਹੈ ਮਿੱਟੀ ਹੋਈ, ਉੱਤੇ ਲਿੰਬ ਪੋਜ ਕੇ ਫੁੱਲ ਬੂਟੇ ਪਾ ਕੇ ਇਸ ਤਰ੍ਹਾਂ ਦੇ ਬਣਾਏ ਹੋਣਗੇ। ਬਦੋ ਬਦੀ ਬੰਦਾ ਘਰ ਨੂੰ ਲੈ ਜਾਂਦਾ, ਪਰ ਮਾੜਾ ਜਿਹਾ ਠੋਲਾ ਲੱਗਾ ਨਹੀਂ, ਥੱਲੇ ਡਿੱਗਾ ਨਹੀਂ ਤੇ ਉਹ ਟੁੱਟਿਆ ਨਹੀਂ। ਤੋ ਇੰਜ ਵੇਖਣ ਨੂੰ ਗੋਰੀ ਚਮੜੀ ਹੈ, ਚਿੱਟੀ ਚਮੜੀ ਹੈ, ਤੇ ਪਰ ਹੈ ਕੁਛ ਨਹੀਂ ਵਿੱਚ। ਹੈ ਮਿੱਟੀ ਹੈ ਪੰਜਾਂ ਤੱਤਾਂ ਦੀ। ਚਮੜੀ ਦਾ ਪੋਚਾ ਜਿਹਾ ਲਾ ਕੇ ਸੋਹਣਾ ਬੜਾ ਸਵਾਰਿਆ ਹੋਇਆ ਹੈ। ਜੇ ਪੋਚਾ ਨਾ ਮਾਰਿਆ ਹੋਵੇ ਤੇ ਮੱਖੀਆਂ ਹੀ ਖਾ ਜਾਣ, ਕਾਈ ਠੁੰਗੇ ਮਾਰੀ ਜਾਣ, ਲਹੂ ਤੇ ਪਾ ਕੇ ਵਗਦੀ ਰਹੇ। ਇਹ ਵਾਹਿਗੁਰੂ ਦੀ ਕੁਦਰਤ ਹੈ। ਭਾਂਡਾ ਕੱਚਾ ਹੈ ਤੇ ਰਚ ਕੇ ਸਾਜ ਕੇ ਅੰਗਾਂ ਪ੍ਰਤੰਗਾਂ ਦੇ ਸਹਿਤ ਉੱਤੇ ਗੋਰੀ ਚਿੱਟੀ ਚਮੜੀ ਲਾ ਕੇ ਇਹਨੂੰ ਸੋਹਣਾ ਬਣਾ ਕੇ ਵਡਿਆਉਣਾ ਕੀਤਾ ਹੈ। ਬੰਦਾ ਸੈਲਫੀਆਂ ਲੈਂਦਾ ਨਹੀਂ ਥੱਕਦਾ, ਸਾਰੀ ਸਾਰੀ ਦਿਹਾੜੀ ਮਰ ਫੋਨ ਕੀ ਲੈ ਲਿਆ, ਕਮਲੇ ਹੋਏ ਪਏ ਆ। ਆਪਦੀਆਂ ਹੀ ਫੋਟੋਆਂ ਖੁਦ ਆਪ ਹੀ, ਕਦੀ ਸੱਜੇ ਕਦੀ ਖੱਬੇ, ਕਦੀ ਉੱਪਰ ਕਦੀ ਥੱਲੇ, ਕਦੀ ਬਹਿ ਕੇ ਕਦੀ ਖਲੋ ਕੇ, ਕਦੀ ਪਾਰਕ 'ਚ ਕਦੀ ਕੁਛ। ਰੱਬ ਦਾ ਨਾਮ ਕਦੀ ਵੀ ਚੇਤੇ ਨਹੀਂ ਆਉਂਦਾ। ਤੂੰ ਕਾਏ ਗਰਬੈ ਬਾਬਲੀ, ਤੂੰ ਜੈਸੇ ਭਾਦੋ ਖੂੰਬ ਰਾਜ, ਤੂੰ ਤਿਸਤੇ ਖਰੀ ਉਤਾਵਲੀ। ਮਾਰੇ ਕਹਿੰਦੇ ਭਾਦਰੋਂ ਦੇ ਮਹੀਨੇ ਖੁੰਬਾਂ ਉਗਦੀਆਂ ਇਹਨਾਂ ਨੂੰ, ਤੇ ਪਰ 2-4 ਦਿਨਾਂ ਹੀ ਉਹਨਾਂ ਦੀ ਜ਼ਿੰਦਗੀ ਹੁੰਦੀ ਹੈ। ਇਉਂ ਖੁੰਬਾਂ ਦੀ ਤਰ੍ਹਾਂ ਇਹ ਮੇਰੀ ਦੇਹ, ਇਹ ਤੇਰੀ ਰਚਨਾ ਪਰਮਾਤਮਾ ਨੇ ਕੀਤੀ ਹੋਈ ਹੈ। 4 ਦਿਨ ਆਪਣੀ ਨੌਬਤ ਚਲੇ ਬਜਾਏ, ਇਤਨਕ ਖਟੀਆ ਗਠੀਆ ਮਟੀਆ, ਸੰਗ ਨਾ ਕਸ਼ ਲੈ ਜਾਏ। ਬਹੁਤਾ ਚਿਰ ਨਹੀਂ ਹੈ ਤੇਰੀ ਵੈਲਿਡਿਟੀ, ਥੋੜਾ ਚਿਰ ਹੀ ਹੈ। ਅੰਤਰ ਜੋਤ ਸਮਾਈ, ਹਿਰਦੇ ਵਿੱਚ ਆਪਣੀ ਸੱਤਾ ਵਾਹਿਗੁਰੂ ਜੀ ਨੇ ਮਿਲਣਾ ਕੀਤੀ ਹੈ, ਜਿਸ ਕਰਕੇ ਇਹ ਐ ਚਮਕਾਰੇ ਮਾਰ ਰਹੀ ਹੈ। ਚਿਹਰਾ ਦਗਦਾ ਕਰਦਾ ਲਾਲ ਸੁਰਖ, ਕਿੰਨਾ ਪ੍ਰਕਾਸ਼ ਅੱਖਾਂ ਦੇ ਵਿੱਚ। ਇਹ ਪਰਮਾਤਮਾ ਦੀ ਜੋਤ ਦੀ ਕਿਰਪਾ ਹੈ। ਜਬ ਆਪਣੀ ਜੋਤ ਖਿੰਚੈ ਤੂੰ ਸੁਆਮੀ, ਤਬ ਕੋਈ ਕਰੋ ਦਿਖਾ ਬਖਿਆਨਾ। ਫਿਰ ਕੋਈ ਕਰਕੇ ਦਿਖਾਵੇ ਸਹੀ ਭਲਾ, ਕੁਛ ਵੀ ਕੁਝ ਨਹੀਂ ਹੋ ਸਕਣਾ। ਜੈਸਾ ਲਿਖਤਾ ਲਿਖਿਆ ਤੁਰ ਕਰਤਾ, ਕਰਤਾ ਪੁਰਖ ਨੇ
ਧੁਰ ਤੋਂ ਜਿਹੋ ਜਿਹਾ ਲੇਖ ਲਿਖ ਦਿੱਤਾ ਹੈ। ਹਮ ਤੈਸੀ ਕਿਰਤ ਕਮਾਈ, ਅਸੀਂ ਜਾਂ ਤਮਾਮ ਜੀਵਾਂ ਨੇ ਉਹੋ ਜਿਹੀ ਕਿਰਤ ਕਮਾਉਣਾ ਕੀਤੀ ਹੈ। ਜਿਤ ਜਿਤ ਲਾਭ ਉਹ ਤਿਤ ਤਿਤ ਲੱਗਣਾ। ਜਿੱਧਰ ਪਰਮਾਤਮਾ ਲਾਉਂਦਾ ਧੁਰ ਤੋਂ ਲਿਖਿਆ ਉਧਰਲੇ ਪਾਸੇ ਕੋਈ ਲੱਗ ਰਿਹਾ। ਹੇ ਮਹਾਰਾਜ, ਜੇਕਰ ਹਰੀ ਆਪੇ ਹੀ ਕਰਦਾ ਕਰਾਉਂਦਾ ਹੈ ਤਾਂ ਫਿਰ ਜੀਵਾਂ ਨੂੰ ਆਉਣ ਜਾਣ ਦਾ ਦੁੱਖ ਕਿਉਂ ਪ੍ਰਾਪਤ ਹੁੰਦਾ ਹੈ? ਤਾਂ ਸਹਿ ਪੁੱਤਰ ਬਖਸ਼ਦੇ ਹਨ। ਮਨ ਤਨ ਥਾਪ ਕੀਆ ਸਭ ਆਪਣਾ, ਜੀਵਾਂ ਨੇ ਮਨ ਤਨ ਸਾਰਾ ਕੁਝ ਆਪ ਦਾ ਹੀ ਥਾਪਣਾ ਕੀਤਾ ਹੈ। ਮਤਲਬ ਹੈ ਤਾਂ ਪਰਮਾਤਮਾ ਨੇ ਰਚਨਾ ਕੀਤੀ ਹੈ, ਪਰ ਅਸੀਂ ਆਪ ਦਾ ਮੰਨ ਕੇ ਬੈਠ ਗਏ ਆ। ਦੁੱਖ ਦਾ ਕਾਰਨ ਇਹੀ ਹੈ, ਬਸ ਅਸੀਂ ਆਪ ਦਾ ਮੰਨੀ ਬੈਠੇ ਹਾਂ। ਇਹੋ ਆਵਣ ਜਾਣਾ, ਜਿਹੜੀ ਹੰਗਤਾ ਧਾਰਨ ਕੀਤੀ ਹੈ, ਇਹ ਹੰਗਤਾ ਹੀ ਆਉਣ ਦੇ ਜਾਣ, ਜੰਮਣ ਦੇ ਮਰਨ ਦੇ ਦੁੱਖ ਦਾ ਮੇਨ ਕਾਰਨ ਬਣੀ ਹੋਈ ਹੈ। ਜੇ ਹੰਗਤਾ ਛੱਡ ਦੇ ਫਿਰ ਤਾਂ ਪਰਮਾਤਮਾ ਹੀ ਹੈ। ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਅਨਲ ਅਗਮ ਜੈਸੇ ਲਹਿਰ ਮਯੋਦਤ, ਜਲ ਕੇਵਲ ਜਲ ਮਾਹੀ। ਸੋ ਇਸ ਵਾਸਤੇ ਕਬੀਰ ਤੂੰ ਕਰਤਾ ਤੂੰ ਹੁਆ, ਮੁਝ ਮੇ ਰਹਾ ਨਾ ਹੋ। ਜਬ ਆਪਾ ਪਰਕਾ ਮਿਟ ਗਿਆ, ਜਤ ਦੇਖੋ ਤਦ ਤੂੰ। ਜਿੰਨਾ ਚਿਰ ਹੰਗਤਾ ਉਹਨਾਂ ਚਿਰ ਇਹ ਦੁਖੀ ਹੈ, ਜੰਮਣਾ ਮਰਨਾ ਵੀ ਉਹਨਾਂ ਚਿਰ ਹੈ। ਜਿਨ ਦੀਆ ਸੋ ਚਿਤ ਨ ਆਵੈ, ਇਹ ਜਿਹੜੀ ਕਾਇਆ ਹੈ, ਇਹ ਜਿਹੜੀ ਦੇਹ ਹੈ, ਦਿੱਤੀ ਤਾਂ ਪਰਮਾਤਮਾ ਨੇ ਹੈ, ਪਰ ਜੀਵ ਕਿੰਨਾ ਮੂਰਖ ਹੈ। ਜਿਸ ਪਰਮਾਤਮਾ ਨੇ ਸਭ ਕੁਝ ਦੇਣਾ ਕੀਤਾ ਹੈ, ਉਹ ਇਹਨਾਂ ਦੇ ਚੇਤੇ ਹੀ ਨਹੀਂ ਆਉਂਦਾ ਹੈ। ਜੋ ਮਹਾਰਾਜ ਦੇ ਨਾਲ ਵਾਅਦਾ ਕੀਤਾ ਸੀਗਾ ਕਿ ਹੇ ਪਰਮਾਤਮਾ, ਸਾਨੂੰ ਦੁਨੀਆ ਦੇ ਦਰਸ਼ਨ ਦਿਖਾ, ਅਸੀਂ ਤੇਰਾ ਦਸਵੰਧ ਕੱਢਿਆ ਕਰਾਂਗੇ, ਪੈਸੇ ਵਿੱਚੋਂ ਵੀ ਅਤੇ ਸਮੇਂ ਵਿੱਚੋਂ ਵੀ। ਉਹ ਆਪਾਂ ਭੁੱਲ ਗਏ ਹਾਂ। ਨਾ ਤਾਂ ਮਾਇਆ ਵਿੱਚੋਂ ਰੱਬ ਦਾ ਹਿੱਸਾ ਕੱਢਦੇ ਹਾਂ, ਅਤੇ ਨਾ ਹੀ 24 ਘੰਟਿਆਂ ਵਿੱਚੋਂ 2.5 ਘੰਟੇ ਪ੍ਰਭੂ ਦੇ ਲੇਖੇ ਲਾਉਂਦੇ ਆ। ਸਾਰਾ ਕੁਛ ਆਪਣੇ ਵਾਸਤੇ ਹੀ ਵਰਤੀ ਜਾਂਦੇ ਹਾਂ। ਜਿਹੜੇ ਗੁਰਮੁਖ ਨੇ, ਉਹਨਾਂ ਗੁਰਮੁਖਾਂ ਕਰਾਂ ਉੱਪਰ ਹਰ ਚੇਤਿਆ, ਸੇ ਪਾਇਨ ਮੋਖ ਦੁਆਰ। ਆਪਦੇ ਕੀਤੇ ਕੋਲ ਇਕਰਾਰਾਂ ਮੁਤਾਬਕ ਪ੍ਰਭੂ ਨੂੰ ਚਿੰਤਨ ਕੀਤਾ, ਜਿਸ ਕਰਕੇ ਉਹ ਮੁਕਤੀ ਦਾ ਦਰਵਾਜ਼ਾ, ਗਿਆਨ ਦੀ ਪ੍ਰਾਪਤੀ ਕਰਦੇ ਹਨ। ਤੋ ਇਸ ਲਈ ਆਪਾਂ ਭੁੱਲ ਗਏ ਹਾਂ। ਨਵੇਂ ਪਾਤਸ਼ਾਹ ਜੀ ਨੇ ਸਾਨੂੰ ਯਾਦ ਦਿਲਾਈ ਹੈ। ਤਿਲੰਗ ਮਹੱਲਾ ਨਾਵਾ, ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਨੀ। ਛਿਨ ਛਿਨ ਔਦ ਬੇਹਾਤ ਹੈ, ਫੂਟੇ ਘਟ ਜਿਉ ਪਾਣੀ। ਜਿਵੇਂ ਕੱਚਾ ਘੜਾ ਫੁੱਟਣ ਤੋਂ ਝਾਟੀ ਪਾਣੀ ਨਿਕਲ ਜਾਂਦਾ, ਇੰਜ ਸੋ ਜਿਉਂ ਬਾਲੂ ਕੀ ਭੀਤ, ਇਹ ਰੇਤ ਦੀ ਕੰਧ ਦੀ ਤਰ੍ਹਾਂ ਹੈ। ਕਾਜ ਗਗਰੀਆ ਅੰਬ ਮੰਝਰੀਆ, ਕੱਚੀ ਗਗਰੀ ਦੀ ਤਰ੍ਹਾਂ ਹੈ। ਜਦ ਕਾਲ ਰੂਪੀ ਠੋਲਾ ਵੱਜੇਗਾ, ਇਹ ਫੁੱਟ ਜਾਏਗੀ ਦੇ ਸਵਾਸ, ਇਹ ਪਾਣੀ ਰੂਪ ਸਾਰੇ ਰੁੜ ਜਾਣਗੇ, ਫਿਰ ਪੱਲੇ ਕੁਛ ਨਹੀਂ ਪੈਣਾ। ਇਸ ਲਈ ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਣੀ। ਛਿਨ ਛਿਨ ਔਧ ਬੇਹਾਤ ਹੈ, ਫੂਟੇ ਘਟ ਜਿਉ ਬਾਣੀ। ਖਿਨ ਖਿਨ ਘਾਲ ਕਰਕੇ ਉਮਰ ਬੀਤਦੀ ਜਾਂਦੀ ਹੈ। ਮੋਹੇ ਅੰਦਰ ਪਟਾਣਾ, ਇਹਨੂੰ ਰੱਬ ਚੇਤੇ ਕਿਉਂ ਨਹੀਂ ਆਉਂਦਾ? ਕਿਉਂਕਿ ਅਗਿਆਨੀ ਜੀਵ ਮਾਇਆ ਵਿੱਚ, ਪਦਾਰਥਾਂ ਦੇ ਮੋਹ ਦੇ ਵਿੱਚ ਲੰਬੜ ਹੋਏ ਰਹਿੰਦੇ ਹਨ। ਜਿਨ ਕੀਆ ਸੋਈ ਪ੍ਰਭ ਜਾਣੈ, ਜਿਸ ਪਰਮਾਤਮਾ ਨੇ ਸੰਸਾਰ ਪੈਦਾ ਕੀਤਾ, ਉਹੀ ਪਰਮਾਤਮਾ ਹੀ ਇਸ ਦੇ ਖਾਣ ਦੀ, ਪੈਰਨ ਆਦਿਕ ਦੀ ਗਤੀ ਨੂੰ ਖੁਦ ਆਪ ਜਾਣਦਾ ਹੈ। ਇਸੇ ਪ੍ਰਕਾਰ ਜਿਨ ਕੀਆ ਸੋਈ ਪ੍ਰਭ ਜਾਣੈ, ਜਿਸ ਨੇ ਕੁਝ ਨਾਮ ਦਾ ਅਭਿਆਸ ਕੀਤਾ ਹੈ,
ਉਹੀ ਪ੍ਰਮਾਤਮਾ ਨੂੰ ਜਾਣ ਸਕਦਾ ਹੈ। ਹਰ ਕਾ ਮਹਲ ਅਪਾਰਾ, ਪਰਮਾਤਮਾ ਦਾ ਤੁਰਿਆ ਪਦ ਸਰੂਪ ਰੂਪੀ ਮਹਲ ਇਹ ਪਾਰਾਵਾਰ ਤੋਂ ਰਹਿਤ ਹੈ। ਭਗਤ ਕਰੀ ਹਰ ਕੇ ਗੁਣ ਗਾਵਾ, ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਹੇ ਹਰੀ, ਮੈਂ ਨਾਨਕ ਦਾਸ ਤੁਮਾਰਾ, ਤੇਰਾ ਦਾਸ ਸੇਵਕ ਹਾਂ। ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ, ਬਾਹੀਂ ਗਹੀ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਆਪ ਨੂੰ ਵਾਹਿਗੁਰੂ ਜੀ ਦਾ ਦਾਸ ਕਿਹਾ। ਪਹਿਲੇ ਪਾਤਸ਼ਾਹ ਜੀ ਨੇ ਵੀ ਅੰਤਰਜਾਮੀ ਪੁਰਖ ਵਿਦਾਤੇ, ਸਰਦਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ। ਨਿਮਰਤਾ ਵਾਲੀ ਬਚਨ ਗਏ ਨੇ, ਮੋਕੋ ਕਰ ਸੰਤਨ ਕੀ ਧੂਰੇ। ਤੋ ਇਹ ਵਾਹਿਗੁਰੂ ਜੀ, ਮੈਂ ਆਪ ਜੀ ਦਾ ਦਾਸ ਹਾਂ। ਇਹ ਹਰੀ, ਤੁਸੀਂ ਆਪਣੀ ਕਿਰਪਾ ਕਰੋ ਮੇਰੇ 'ਤੇ, ਜਿਸ ਕਰਕੇ ਮੈਂ ਤੁਹਾਡੀ ਪ੍ਰੇਮਾ ਭਗਤੀ ਕਰਦਾ ਰਹਾ ਅਤੇ ਆਪ ਜੀ ਦੇ ਗੁਣਾਂ ਨੂੰ ਹਮੇਸ਼ਾ ਹੀ ਗਾਉਂਦਾ ਰਹਾ ਜੀ। ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ। ਰਾਮ ਕਲੀ ਮਹੱਲਾ ਪੰਜਵਾ। ਰਾਮ ਕਲੀ ਰਾਗ ਵਿੱਚ ਸਤਿਗੁਰੂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਇਹ ਅਗਲਾ ਸ਼ਬਦ ਉਚਾਰ ਰਹੇ ਹਨ। ਪਵਹੁ ਚਰਣਾ ਤਲ ਉਪਰ ਆਵਹੁ। ਇੱਕ ਲੌਜਿਕ ਹੈ ਸਾਧ ਸੰਗਤ ਜੀਓ, ਜਿਹੜੀ ਗੇਂਦ ਹੈ ਗੇਂਦ, ਉਹਨੂੰ ਜਿੰਨਾ ਵੀ ਹੇਠਾਂ ਜ਼ੋਰ ਦੀ ਪਟਕਾ ਕੇ ਮਾਰੋਗੇ ਉਨੀ ਹੀ ਉੱਪਰ ਨੂੰ ਉੱਠੇਗੀ। ਮਤਲਬ ਜਿੰਨਾ ਉਹ ਨੀਵਾਂ ਜਾਏਗੀ ਉਨੀ ਹੀ ਉੱਪਰ ਨੂੰ ਆਏਗੀ। ਇਸੇ ਤਰ੍ਹਾਂ ਜਿੰਨਾ ਚਿਰ ਤੇ ਇਨਸਾਨ ਜਿਉਂਦਾ ਹੈ ਉਹਨਾਂ ਚਿਰ ਬੜਾ ਡਰਦਾ ਹੈ। ਪਾਣੀ ਦੇ ਕੰਢੇ 'ਤੇ ਖੜਾ ਸੋਚਦਾ ਰਹੂਗਾ ਕਿ ਮੈਂ ਡੁੱਬ ਨਾ ਜਾਵਾਂ, ਡੁੱਬ ਨਾ ਜਾਵਾਂ। ਬੜੇ ਯਤਨ ਕਰਦਾ ਅਤੇ ਬੜਾ ਡਰਦਾ ਰਹਿੰਦਾ ਹੈ ਜ਼ਿੰਦਗੀ ਭਰ। ਅਤੇ ਪਰ ਜਿਹੜਾ ਇੱਕ ਵਾਰ ਡੁੱਬ ਜਾਂਦਾ ਉਹ ਮੁੜ ਕੇ ਤਰਨ ਲੱਗ ਪੈਂਦਾ, ਉਹਨੂੰ ਡਰ ਨਹੀਂ ਰਹਿੰਦਾ। ਕਹਿਣ ਦਾ ਭਾਵ ਇਹ ਹੈ ਕਿ ਜਿੰਨਾ ਚਿਰ ਬੰਦਾ ਜਿਉਂਦਾ ਹੈ, ਜਿਉਂਦਾ ਮਤਲਬ ਹੰਗਤਾ ਹੰਕਾਰ ਹੈ ਕਿ ਮੈਂ ਕੁਛ ਹਾਂ, ਉਹਨਾਂ ਚਿਰ ਤੇ ਡਰ ਬਣਿਆ ਰਹਿੰਦਾ ਹੈ। ਅਤੇ ਜਿਸ ਵਕਤ ਜੀਵਤ ਭਾਵ ਤੋਂ ਮਰ ਜਾਵੇ ਤਾਂ ਫਿਰ ਆਪਣੇ ਆਪ ਹੀ ਤਰਨ ਲੱਗ ਪੈਂਦਾ। ਮੁਰਦਾ ਲਾਸ਼ ਉਹੀ ਬੰਦਾ ਹੈ, ਬੰਦੇ 'ਚ ਫਰਕ ਨਹੀਂ, ਉਹੀ ਦੇਹ ਹੈ, ਕੁਝ ਵਿੱਚੋਂ ਘਟਿਆ ਨਹੀਂ ਹੈ। ਹੈਰਾਨੀ ਦੀ ਗੱਲ ਹੈ ਕਿ ਜਿੰਨਾ ਚਿਰ ਜਿਉਂਦਾ ਸੀ ਉਹਨਾਂ ਚਿਰ ਤਾਂ ਡੁੱਬਦਾ ਸੀਗਾ, ਜਦੋਂ ਮਰ ਗਿਆ ਉਦੋਂ ਉਹੀ ਦੇਹ ਤਰਨ ਲੱਗ ਪੈਂਦੀ ਹੈ। ਕਿੰਨੀ ਹੈਰਾਨੀ ਦੀ ਬਾਤ ਹੈ। ਇਸੇ ਪ੍ਰਕਾਰ ਜਿਹੜਾ ਕੋਈ ਆਪਦੇ ਆਪ ਨੂੰ ਡੁਬੋ ਲੈਂਦਾ ਹੈ, ਮਤਲਬ ਹੰਕਾਰ ਨੂੰ ਖਤਮ ਕਰ ਦਿੰਦਾ ਹੈ, ਫਿਰ ਉਹ ਸੰਸਾਰ ਸਮੁੰਦਰ ਤੋਂ ਤਰ ਜਾਂਦਾ ਹੈ, ਤਰਨ ਲੱਗ ਪੈਂਦਾ। ਜੇ ਕੋ ਡੁੱਬੈ ਫਿਰ ਹੋਵੇ ਸਾਰ। ਡੁੱਬੇ ਬੰਦੇ ਦੀ ਸੰਭਾਲ ਹੁੰਦੀ ਹੈ। ਤੋ ਜਿਹੜਾ ਆਪਦੇ ਆਪ ਨੂੰ ਤਰਿਆ ਮੰਨਦਾ ਹੰਕਾਰ ਦੇ ਵਿੱਚ, ਉਹਦੀ ਸੰਭਾਲ ਨਹੀਂ ਹੁੰਦੀ। ਅਤੇ ਉੱਚਾ ਚੜ੍ਹੈ ਸੋ ਪਵੈ ਭੁਆਲਾ। ਜਿੰਨਾ ਬੰਦਾ ਚੁਬਾਰੇ ਚੜ੍ਹਿਆ ਸੋਚੇ ਕਿ ਮੈਂ ਚੁਬਾਰੇ ਚੜ੍ਹਿਆ ਹੋਇਆ, ਜਿੰਦਾਬਾਦ ਜਿੰਦਾਬਾਦ, ਮੈਂ ਬਹੁਤ ਉੱਚਾ ਹਾਂ। ਸਾਧ ਸੰਗਤ ਜੀਓ, ਜਿੰਨੀ ਵੀ ਉੱਚੀ ਜਗ੍ਹਾ ਤੋਂ ਡਿੱਗੇਗਾ ਉਨੀ ਸੱਟ ਉਹਨੂੰ ਜ਼ਿਆਦਾ ਲੱਗੇਗੀ। ਤੋ ਇਸ ਵਾਸਤੇ ਉੱਚਾ ਚੜ੍ਹੈ ਸੋ ਪਵੈ ਭੁਆਲਾ, ਧਰਨ ਪੜੈ ਤਿਸ ਲੱਗਿਆ ਨਾ ਕਾਲਾ। ਤੋ ਜਿਹੜੇ ਆਪਦੇ ਆਪ ਨੂੰ ਡੁੱਬਿਆ ਮੰਨਦੇ ਨੇ, ਨੀਵੇਂ ਮੰਨਦੇ ਨੇ, ਤੁਸੀਂ ਮਿੱਟੀ ਦਾ ਦ੍ਰਿਸ਼ਟਾਂਤ ਵੇਖੋ। ਧੰਨ ਬਾਬਾ ਫਰੀਦ ਸਾਹਿਬ ਜੀ ਨੇ ਖਾਕ ਦੀ ਸਿਫਤ ਕਰਦਿਆਂ ਹੋਇਆਂ ਇੱਕ ਲੌਜਿਕ ਦਿਆ ਹੈ। ਜਿਹੜੇ ਕਲਾਕਾਰ ਹੁੰਦੇ ਨੇ, ਸੰਤ ਹੁੰਦੇ ਨੇ, ਕਵੀ ਹੁੰਦੇ ਨੇ, ਲੇਖਕ ਹੁੰਦੇ ਨੇ, ਮਹਾਂਪੁਰਖ ਗੁਰੂ ਪੀਰ ਹੁੰਦੇ ਨੇ,
ਉਹ ਹਰੇਕ ਚੀਜ਼ ਦਾ ਲੌਜਿਕ ਲੈਂਦੇ ਨੇ, ਉਹਦਾ ਸਿਧਾਂਤ, ਉਹਦਾ ਭਾਵ ਅਰਥ ਲੈਂਦੇ ਨੇ। ਬਾਬਾ ਫਰੀਦ ਸਾਹਿਬ ਜੀ ਨੇ ਮਿੱਟੀ ਦੀ ਸਿਫਤ ਕਰਦਿਆਂ ਇੱਕ ਲੌਜਿਕ ਦਿੱਤਾ ਹੈ। ਕਹਿੰਦੇ ਫਰੀਦਾ ਖਾਕ ਨਾ ਨਿੰਦੀ ਹੈ, ਖਾਕੂ ਜੇੜ ਨਾ ਕੋਏ, ਜੀਵ ਦਿਆਂ ਪੈਰਾਂ ਤਲੇ ਮੋਇਆਂ ਉੱਪਰ ਹੋਏ। ਮਿੱਟੀ ਨੂੰ ਆਪਾਂ ਬਹੁਤ ਬੁਰਾ ਮੰਨਦੇ ਹਾਂ। ਵੇਖੋ ਕਿਤੇ ਮਜਾਲ ਹੈ ਸਾਡੇ ਘਰ ਵਿੱਚ ਮਿੱਟੀ ਆ ਜਾਏ, ਪੱਥਰਾਂ ਦੇ ਨਾਲ। ਅੱਜ ਕੱਲ੍ਹ ਤਾਂ ਕੰਧਾਂ 'ਤੇ ਵੀ ਟਾਇਲਾਂ ਲਾਉਣ ਲੱਗ ਪਏ, ਛੱਤਾਂ ਦੇ ਉੱਪਰ ਵੀ, ਚਾਰ ਚੁਫੇਰੇ ਵੀ ਮਿੱਟੀ ਕਿਤੇ ਅੰਦਰ ਆ ਨਾ ਜਾਏ। ਪਰ ਹੈਰਾਨੀ ਦੀ ਗੱਲ ਹੈ, ਪਤਾ ਨਹੀਂ ਆ ਕਿੱਥੋਂ ਜਾਂਦੀ ਹੈ। ਜਿੰਨਾ ਮਰਜ਼ੀ ਬਚਾ ਰੱਖੋ, ਪਤਾ ਨਹੀਂ ਗਰਦ ਚੜ੍ਹ ਕਿਵੇਂ ਜਾਂਦੀ ਹੈ। ਕਿੰਨੀ ਹੈਰਾਨੀ ਦੀ ਗੱਲ ਹੈ ਪੈਰਾਂ ਦੇ ਵਿੱਚ। ਅਤੇ ਮੈਂ ਵੇਖਿਆ ਵੀ ਕਈ ਵਾਰ ਅੱਖਾਂ ਦੇ ਭਰਵੱਟੇ ਭਰੇ ਹੋਣਗੇ, ਮੋਟਰਸਾਈਕਲ 'ਤੇ ਚੜ੍ਹ ਜਾਓ ਸਹੀ, ਮੂੰਹ ਸਿਰ ਬੱਗਾ ਹੋ ਜਾਂਦਾ, ਪੱਗ ਦੇ ਉੱਪਰ ਚੜ੍ਹ ਜਾਂਦੀ ਹੈ, ਕੇਸਾਂ ਦੇ ਵਿੱਚ ਜੇ ਨੰਗੇ ਹੋਣ ਉਹਨਾਂ 'ਚ ਪੈਚ ਪੂ ਜਾਂਦੀ ਹੈ, ਪੱਗ ਬੰਨੀ ਦੋਵੇਂ ਹੀ ਪੈ ਜਾਂਦੀ ਹੈ। ਕਿੰਨੀ ਹੈਰਾਨੀ ਦੀ ਗੱਲ ਹੈ ਥੱਲੇ ਹੈ। ਫਿਰ ਸਾਰੀ ਉਮਰ ਵੇਖੋ ਇਨਸਾਨ ਡਰਦਾ ਰਹਿੰਦਾ ਵੀ ਮਿੱਟੀ ਕਿਤੇ ਮਾੜੀ ਜਿਹੀ ਉਂਗਲ ਬਣਾ ਲੱਗ ਜੇ, ਕਿਤੇ ਸਾਨੂੰ ਦਾਗ ਨਾ ਲੱਗ ਜੇ। ਕਈ ਤਾਂ ਮੱਥਾ ਹੀ ਨਹੀਂ ਟੇਕਦੇ ਮੇਰੇ ਵਰਗੇ, ਇੰਨੇ ਹੰਕਾਰੀ ਨੇ ਵੀ ਸਾਡਾ ਪਾਊਡਰ ਕਿਤੇ ਕਰੀਮ ਨਾ ਲੱਥ ਜੇ ਜਿਹੜੀ ਆਪਾਂ ਸਵਾਰ ਕੇ ਆਏ ਹੋਏ ਹਾਂ। ਮੱਥਾ ਟੇਕਣ ਤੋਂ ਅਤੇ ਸਾਡਾ ਕਿਤੇ ਚਿਹਰਾ ਮੂਹਰਾ ਖਰਾਬ ਨਾ ਹੋ ਜਾਏ, ਉਹ ਦੂਰੋਂ ਹੀ ਹੱਥ ਜੋੜ ਕੇ ਸਿਰ ਨਵਾ ਦਿੰਦੇ ਨੇ। ਇੰਨਾ ਬਚ ਬਚਾ ਰੱਖਦੇ, ਪਰ ਫਿਰ ਵੀ ਕਿਤੇ ਨਾ ਕਿਤੇ ਮਿੱਟੀ ਲੱਗ ਹੀ ਜਾਂਦੀ ਹੈ, ਜਿੰਨਾ ਮਰਜ਼ੀ ਬਚ ਕੇ ਰਹੋ। ਫਰੀਦ ਸਾਹਿਬ ਜੀ ਕਹਿੰਦੇ ਨਾ ਡਰਦੇ ਕਿਉਂ ਭਾਈ? ਵੇਖੋ ਛੋਟਾ ਜਿਹਾ ਬੱਚਾ ਜਿੰਨਾ ਵੀ ਮਿੱਟੀ ਵਿੱਚ ਖੇਡਦਾ ਹੈ, ਓਨੀ ਉਹਦੀ ਸਿਹਤ ਤੰਦਰੁਸਤ ਰਹਿੰਦੀ ਹੈ। ਜੇ ਬੱਚਾ ਹੇਠਾਂ ਨਾ ਖੇਡੇ, ਉਹ ਪ੍ਰਫੁੱਲਤ ਨਹੀਂ ਹੁੰਦਾ ਹੈ। ਤੋ ਇਸ ਲਈ ਬੱਚਾ ਜੰਮਿਆ ਵੀ ਮਿੱਟੀ 'ਚੋਂ, ਖੇਡਿਆ ਵੀ ਮਿੱਟੀ ਵਿੱਚ, ਅਤੇ ਸਾਰੀ ਉਮਰ ਮਿੱਟੀ ਦੇ ਵਿੱਚ ਹੀ ਘੁਲਦਾ ਰਿਹਾ। ਆ ਕਿਸਾਨ ਸਾਡੇ ਵੇਖੋ ਮਿੱਟੀ ਨਾਲ ਘੁਲ ਕੇ ਵੇਖੋ ਕਿੰਨੀਆਂ ਵਧੀਆ ਵਧੀਆ ਚੀਜ਼ਾਂ ਪੈਦਾ ਕਰ ਦਿੰਦੇ ਨੇ। ਸੋਹਣੀ ਬੜੀ ਫਸਲ ਵਾੜੀ, ਅੰਨ ਖਾਣਾ, ਕੱਪੜ ਪਹਿਨਣ ਦੀ ਆ, ਇਹ ਸਭ ਮਿੱਟੀ ਦੇ ਵਿੱਚੋਂ ਹੀ ਪੈਦਾ ਹੁੰਦਾ। ਖਣਿਜ ਪਦਾਰਥ ਆਦਿਕ ਧਾਤਾਂ ਜੋ ਸੋਨਾ ਚਾਂਦੀ ਪੱਥਰ ਸਭ ਮਿੱਟੀ ਦੀ ਦੇਣ। ਅਤੇ ਜਦ ਇਨਸਾਨ ਚੜ੍ਹਾਈ ਕਰਦਾ ਹੈ, ਉਦੋਂ ਵੀ ਮਿੱਟੀ ਆਪ ਦੀ ਗੋਦ ਵਿੱਚ ਸਮੋ ਲੈਂਦੀ ਹੈ। ਜੇ ਤਾਂ ਕੋਈ ਸੰਸਕਾਰ ਕਰੇ ਤਾਂ ਵੀ ਸਵਾਹ ਦੀ ਢੇਰੀ ਮਿੱਟੀ 'ਚ ਮਿਲ ਜਾਣੀ ਹੈ, ਅਤੇ ਜੇ ਕੋਈ ਇਸ ਨੂੰ ਧਰਤੀ ਦੇ ਵਿੱਚ ਦੱਬ ਦੇਵੇ ਅਤੇ ਤਾਂ ਵੀ ਪਿੰਜਰ ਹੀ ਰਹਿ ਜਾਣਾ, ਬਾਕੀ ਸਭ ਮਿੱਟੀ ਹੋ ਜਾਣਾ। ਇਸ ਲਈ ਬਾਬਾ ਫਰੀਦ ਸਾਹਿਬ ਜੀ ਨੇ ਸਾਨੂੰ ਸਮਝਾਇਆ ਹੈ ਕਿ ਮਿੱਟੀ ਵਿੱਚ ਬੜਾ ਗੁਣ ਜੇ, ਮਿੱਟੀ ਦੀ ਨਿੰਦਿਆ ਨਾ ਕਰੋ, ਮਿੱਟੀ ਤੋਂ ਡਰੋ ਨਾ, ਇਹਨੂੰ ਮਾੜਾ ਨਾ ਆਖੋ। ਫਰੀਦਾ ਖਾਕ ਨਾ ਨਿੰਦੀਐ, ਖਾਕੂ ਜੇੜ ਨਾ ਕੋਏ, ਜੀਵ ਦਿਆਂ ਪੈਰਾਂ ਤਲੇ ਮੋਇਆਂ ਉੱਪਰ ਹੋਏ। ਕਹਿੰਦੇ ਮਿੱਟੀ ਜਿੱਡਾ ਵੱਡਾ ਦੁਨੀਆ 'ਚ ਹੋਰ ਕੋਈ ਨਹੀਂ। ਜਿਉਂਦਿਆਂ ਇਨਸਾਨ ਦੇ ਪੈਰਾਂ ਹੇਠ ਰਹਿੰਦੀ ਹੈ, ਮਰਿਆਂ ਤੋਂ ਉੱਪਰ ਆ ਜਾਂਦੀ ਹੈ। ਇਸੇ ਵਾਸਤੇ ਗੁਰੂ ਘਰ ਵਿੱਚ ਨਿਮਰਤਾ ਰੱਖਣ ਦੀ ਆਗਿਆ ਕੀਤੀ ਗਈ ਹੈ ਕਿ ਸੰਗਤ ਦੇ ਚਰਨਾਂ ਦੀ ਜੇ ਧੂੜੀ ਬਣ ਜਾਏ ਤਾਂ ਫਿਰ ਸਭ ਤੋਂ ਸ਼੍ਰੋਮਣੀ ਬਣ ਜਾਏਗਾ। ਪਵੋ ਚਰਨਾਂ ਤਲ ਸੋ ਉੱਪਰ ਆਵੋ, ਸੰਤਾਂ ਦੀ ਸ਼ਰਨ ਦੇ ਵਿੱਚ ਆ ਕੇ ਉਹਨਾਂ ਦੇ ਪੈਰਾਂ ਵਿੱਚ ਲੰਮੇ ਪੈ ਜਾਓ। ਜਿਸ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਰਾਮਾਨੰਦ ਜੀ ਪੈਰਾਂ 'ਚ ਪੈ ਗਏ ਸਨ। ਹੋਏ ਬਰਖਤ ਬਨਾਰਸੀ ਰਹਿੰਦਾ ਰਾਮਾਨੰਦ ਗੋਸਾਈ, ਅੰਮ੍ਰਿਤ ਵੇਲੇ ਉੱਠ ਕੇ ਜਾਂਦਾ ਗੰਗਾ ਨਹਾਵਣ ਤਾਈ, ਅੱਗੋਂ ਹੀ ਦੇ ਜਾਈ ਕੇ ਲੰਮਾ ਪਿਆ ਕਬੀਰ ਤਥਾਈ, ਪੈਰੀ ਟੋਂਬੇ ਉਠਾ ਲਿਆ ਬੋਲੋ ਰਾਮ ਸਿੱਖ ਸਮਝਾਈ, ਉੱਠ ਰਾਮ ਕੇ ਰਾਮ ਕਹੋ। ਉਹਦੇ 'ਤੇ ਕਿਰਪਾ ਹੋ ਗਈ ਪੈਰਾਂ 'ਚ ਪੈਣ ਤੋਂ ਹੀ। ਕਬੀਰ ਸਾਹਿਬ ਜੀ ਨੇ ਇਸੇ ਵਾਸਤੇ ਇਹ ਲੌਜਿਕ ਦਿੱਤਾ ਹੈ ਕਿ ਭਾਈ ਜੇ ਗੁਰੂ ਘਰ ਦੀ ਸ਼ਰਨ ਵਿੱਚ ਆ ਜਾਓਗੇ ਤੁਹਾਡੀ ਮੁਕਤੀ ਹੋ ਜਾਏਗੀ। ਮੈਂ ਤਾਂ ਇਹੀ ਅਰਦਾਸ ਕਰਦਾ ਕਿ ਜਦ ਮੈਂ ਮਰਾਂ
ਤਾਂ ਮੈਂ ਗੁਰਦੁਆਰੇ ਦੀਆਂ ਦਹਿਲੀਜ਼ਾਂ 'ਤੇ ਮਰਾਂ। ਕਬੀਰ ਮੋਹੇ ਮਰਨੇ ਕਾ ਚਾਉ ਹੈ, ਮਰੋ ਤਾਂ ਹਰ ਕੈ ਦੁਆਰ। ਹਰੀ ਦੇ ਦਰਵਾਜ਼ੇ 'ਤੇ ਮਰਾਂ, ਮਤ ਹਰ ਪੁੱਛੈ ਕੌਣ ਹੈ। ਮਰੇ ਪਏ ਨੂੰ ਮਤਾਂ ਗੁਰੂ ਸਾਹਿਬ ਵੇਖ ਕੇ ਪੁੱਛ ਹੀ ਲੈਣ ਵੀ ਇਹ ਕਿਹੜਾ ਪਿਆ ਹੈ ਨਿਕੰਮਾ। ਇੰਨੇ ਨਾਲ ਹੀ ਮੇਰੀ ਮੁਕਤੀ ਹੋ ਜਾਏਗੀ। ਜੇ ਮਹਾਰਾਜ ਦੀ ਨਿਗਾਹ ਪੈ ਗਈ ਤਾਂ ਉਹਨਾਂ ਨੇ ਮੈਨੂੰ ਪੁੱਛ ਲਿਆ। ਮਤ ਹਰ ਪੁੱਛੈ ਕੌਣ ਹੈ, ਪਰਾ ਹਮਾਰੇ ਬਾਰ। ਇਸ ਲਈ ਸੋ ਇਹੋ ਜਿਹੀ ਟਹਿਲ ਕਮਾਓ ਕਿ ਚਰਨਾਂ ਦੇ ਹੇਠਾਂ ਵਿੱਚ ਪੈਣਾ ਕਰੋ, ਭਾਵ ਨਿਮਰਤਾ ਧਾਰਨ ਕਰੋ, ਜਿਸ ਕਰਕੇ ਸਭ ਤੋਂ ਤੁਸੀਂ ਉੱਪਰ ਆ ਜਾਵੋਗੇ। ਭਾਵ ਲੋਕ ਪਰਲੋਕ 'ਚ ਤੁਹਾਡਾ ਜਸ ਮਹਿਮਾ ਹੋਏਗੀ। ਜਿਵੇਂ ਧੰਨ ਗੁਰੂ ਰਾਮਦਾਸ ਸਾਹਿਬ ਜੀ ਨੇ ਬੌਲੀ ਸਾਹਿਬ ਦੀ ਸੇਵਾ ਕਰਦਿਆਂ ਟੋਕਰੀ ਢੋਈ, ਕਾਰ ਸੇਵਾ ਆਪਦੇ ਸੀਸ ਦੇ ਉੱਪਰ ਚੁੱਕ ਕੇ ਕਿੰਨੀ ਹੇਠਾਂ ਤੋਂ ਉੱਪਰ ਲਿਆ ਕੇ ਬਾਹਰ ਕੱਢਦੇ ਰਹੇ। ਅਤੇ ਗੁਰੂ ਅਮਰਦਾਸ ਜੀ ਨੇ ਉਹਨਾਂ ਨੂੰ ਗੁਰਤਾ ਗੱਦੀ ਦੇ ਕੇ ਸ਼ਹਿਨਸ਼ਾਹ ਬਣਾ ਦਿੱਤਾ। ਅੱਜ ਵੀ ਉਹਨਾਂ ਦੇ ਪਾਵਨ ਸੀਸ 'ਤੇ 1.5 ਲੱਖ ਦਾ ਤਾਂ ਇਕੱਲਾ ਚੰਦੂਆ ਹੀ ਹੋਏਗਾ। ਕਿੰਨਾ ਸੋਹਣੇ ਝੂਮਰ ਨੇ 7-7 8-8 ਸੋਨੇ ਦੇ। ਉਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਉੱਪਰ ਝੁੱਲ ਰਹੇ ਹਨ। ਸੋਨੇ ਦੇ ਮੰਦਰ ਬਣੇ ਹੋਏ ਨੇ, ਬੇਅੰਤ ਸੰਗਤਾਂ ਨਤਮਸਤਕ ਹੋ ਰਹੀਆਂ ਹਨ। ਇਸ ਲਈ ਜੇ ਨਿਮਰਤਾ ਧਾਰੋਗੇ ਤਾਂ ਤੁਹਾਡੇ 'ਤੇ ਵੀ ਜਿੰਨੀ ਨਿਮਰਤਾ ਹੋਊਗੀ ਉਨੀ ਕਿਰਪਾ ਹੋ ਜਾਏਗੀ। ਐਸੀ ਸੇਵ ਕਮਾਵੋ। ਸੇਵ ਦਾ ਮਤਲਬ ਹੈ ਨੀਵਾਂ ਹੋਣਾ। ਜਿਸ ਤਰ੍ਹਾਂ ਜ਼ਿਮੀਂਦਾਰ ਲੋਹਾਰ ਕੋਲ ਜਾ ਕੇ ਕਹਿੰਦੇ ਲੈ ਭਾਈ ਮੇਰੇ ਹਲ ਦੀ ਸੇਵਾ ਕਰ ਦੇ। ਸੇਵਾ ਦਾ ਮਤਲਬ ਇਹਨੂੰ ਚੰਡ ਦੇ। ਇਹ ਪੈਲੀ ਨਹੀਂ ਪਾਉਂਦਾ, ਉੱਪਰ ਉੱਪਰ ਜਾਂਦਾ ਹੈ ਮਾਰ ਕੇ ਥੋੜੇ ਗਰਮ ਦੇ ਕਰਮ, ਇਹਨੂੰ ਗਰਮ ਕਰਕੇ ਲੋਹੇ ਇਹਨੂੰ ਸੇਵਾ ਕਰਦੇ ਦੀ, ਇਹਨੂੰ ਨੀਵਾਂ ਕਰ ਦੇ ਤਾਂ ਕਿ ਚੰਗਾ ਬਣ ਜਾਏ। ਇਉਂ ਸੇਵ ਦਾ ਮਤਲਬ ਹੈ ਚੰਡਿਆ ਜਾਣਾ। ਘੜੀਆ ਸ਼ਬਦ ਸੱਚੀ ਟਕਸਾਲ, ਨੀਵਾਂ ਹੋਣਾ। ਜੇ ਨੀਵੇਂ ਹੋ ਕੇ ਸੇਵਾ ਕਰੋਗੇ, ਟਹਿਲ ਮਹਿਲ ਤਾਕੋ ਮਿਲੈ, ਜਾਕੋ ਸਾਧ ਕਿਰਪਾਲ। ਸਾਧੂ ਸੰਗਤ ਤੋਂ ਬਸੈ, ਜੋ ਆਪਣ ਹੋਏ ਦਿਆਲ। ਤਾਂ ਲੋਕ ਪਰਲੋਕ ਦੇ ਵਿੱਚ ਤੁਹਾਡਾ ਜਸ ਹੋਵੇਗਾ। ਸੋ ਸਿੰਘ ਸਾਹਿਬ ਗਿਆਨੀ ਕੁਲਵੰਤ ਸਿੰਘ ਜੀ ਸੱਚਖੰਡ ਹਜ਼ੂਰ ਸਾਹਿਬ ਵਾਲੇ, ਸੋ ਬੜੀ ਨਿਮਰਤਾ, ਬੜੇ ਪਿਆਰ ਵਾਲਾ ਉਹਨਾਂ ਦਾ ਸੁਭਾਅ। ਗੁਰੂ ਸਾਹਿਬ ਨੇ ਕਿੰਨੇ ਸਾਲ ਹੋ ਗਏ, 30 ਸਾਲ ਦੇ ਕਰੀਬ ਆਪਦੇ ਦਰ ਦੀ ਸੇਵਾ ਵਿੱਚ ਲਾਇਆ ਹੋਇਆ। ਲੰਗਰ ਸਾਹਿਬ ਵਾਲੇ ਮਹਾਂਪੁਰਖ ਸੰਤ ਬਾਬਾ ਬਲਵਿੰਦਰ ਸਿੰਘ ਸਾਹਿਬ ਜੀ, ਸੋ ਕਿੰਨੀ ਚੜ੍ਹਦੀ ਕਲਾ ਹੈ। ਇੰਝ ਮਹਾਰਾਜ ਕਹਿੰਦੇ ਨਿਮਰਤਾ ਵਿੱਚ ਸੇਵਾ ਕਰੀਏ ਜੀ। ਆਪਸ ਤੇ ਉੱਪਰ ਸਭ ਜਾਣਹੁ। ਸੇਵਾਦਾਰ ਦਾ ਫਰਜ਼ ਬਣਦਾ ਹੈ ਆਪਣੇ ਆਪ ਤੋਂ ਸਾਰਿਆਂ ਨੂੰ ਗੁਣਾ ਕਰਕੇ, ਵਡਿਆਈ ਕਰਕੇ, ਕਮਾਈ ਕਰਕੇ ਉੱਚਾ ਜਾਣੋ। ਅਫਸਰ ਹੁੰਦੇ ਨੇ ਨਾ, ਅਫਸਰਾਂ ਦੇ ਨੌਕਰ ਹੁੰਦੇ ਨੇ। ਇਉਂ ਜਿੰਨੇ ਵੀ ਅਸੀਂ ਗੁਰਦੁਆਰੇ ਦੇ ਸੇਵਾਦਾਰ ਹਾਂ, ਇਹ ਨਹੀਂ ਸੋਚਣਾ ਚਾਹੀਦਾ ਵੀ ਆਪਾਂ ਤਾਂ ਜੀ ਗੁਰੂ ਗ੍ਰੰਥ ਸਾਹਿਬ ਦੇ ਸੇਵਾਦਾਰ ਹਾਂ ਜੀ। ਅਸੀਂ ਸੰਗਤਾਂ ਦੇ ਨੌਕਰ ਹਾਂ ਅਤੇ ਜਿੰਨੀ ਵੀ ਸੰਗਤ ਹੈ ਉਹ ਸਾਡੀ ਆਫਿਸਰ ਹੈ। ਲੋਕਾਂ ਦਾ ਅਫਸਰ ਤਾਂ ਇੱਕ ਹੁੰਦਾ, ਉਹ ਆਹ ਨਹੀਂ ਕੀਤਾ, ਉਹ ਨਹੀਂ ਕੀਤਾ, ਇੰਝ ਨਹੀਂ ਉਂਝ ਨਹੀਂ। ਸਾਡੇ ਸਾਰੇ ਹੀ ਅਫਸਰ ਨੇ, ਜਿਹੜਾ ਮਰਜ਼ੀ ਸਾਨੂੰ ਕਹਿ ਸਕਦਾ। ਔਰ ਨਿਮਰਤਾ ਵਿੱਚ ਮੰਨਣਾ ਵੀ ਚਾਹੀਦਾ ਹੈ, ਕਿਉਂਕਿ ਇਹ ਵਿੱਚ ਸੰਗਤ ਹਰ ਪਰ ਵਸਿਆ ਜੀ। ਹੁਣ ਮਹਾਰਾਜ ਆਪ ਤਾਂ ਕਹਿ ਨੂੰ ਰਿਹਾ, ਕੀ ਪਤਾ ਉਹ ਸੰਗਤਾਂ 'ਚ ਹੀ ਬੋਲਦਾ ਹੋਏ। ਜੇ ਸੱਚਮੁੱਚ ਹੀ ਆਪਾਂ ਮੰਨਦੇ ਹਾਂ ਕਿ ਸੰਗਤ 'ਚ ਮਹਾਰਾਜ ਦਾ ਵਾਸ ਹੈ, ਫਿਰ ਸੰਗਤ ਦੀ ਗੱਲ ਵੀ ਮੰਨੋ ਭਾਈ। ਇੱਕ ਸਿੱਖ ਦੋਏ ਸਾਧ ਸੰਗ ਪੰਜੀ ਪਰਮੇਸ਼ਰ। ਜਿੱਥੇ ਪੰਜਾਂ ਨੇ ਕਹਿਤਾ ਸੋ ਤਾਂ ਪਰਮੇਸ਼ਰ ਹੀ ਹੈ। ਤੋ ਇਸ ਵਾਸਤੇ ਇੱਕ ਸਿੱਖ ਵੀ ਖਾਲਸਾ ਮੇਰੋ ਰੂਪ ਹੈ ਖਾਸ। ਜਿਸ ਤਰ੍ਹਾਂ ਦੀ ਭਾਵਨਾ ਹੋਵੇਗੀ। ਸਤਿਗੁਰੂ ਅਮਰਦਾਸ ਜੀ ਨੇ, ਗੁਰੂ ਅੰਗਦ ਦੇਵ ਜੀ ਨੇ 3 ਭੱਬੇ ਪਕਾਏ ਸੀ। ਭਲਾ ਜੀ, ਕਿਸੇ ਨੇ ਝਿੜਕਣਾ, ਕਹਿਣਾ ਭੁੱਲਾ ਜੀ ਅਤੇ ਭਾਣਾ ਜੀ, ਬਸ। ਇਉਂ ਮਹਾਰਾਜ ਕਹਿੰਦੇ ਜੇ ਤੁਸੀਂ ਸੇਵਾ ਕਰਨ ਆਏ ਹੋ ਅਤੇ ਆਪਣੇ ਤੋਂ ਸਭਨਾਂ ਨੂੰ ਉੱਪਰ ਜਾਣਨਾ ਕਰੋ। ਗੁਣਾ ਕਰਕੇ ਵੀ ਸੰਗਤ ਵੱਡੀ ਹੈ, ਵਡਿਆਈ ਕਰਕੇ ਵੀ ਵੱਡੀ ਹੈ,
ਕਮਾਈ ਕਰਕੇ ਵੀ ਵੱਡੀ ਹੈ, ਪੈਸੇ ਕਰਕੇ ਤਾਂ ਭਲਾ ਸਾਰੇ ਹੀ ਵੱਡੇ ਹਨ। ਐ ਤਉ ਦਰਗਹਿ ਸੁਖ ਪਾਵਹੁ, ਤਾਂ ਪਰਮਾਤਮਾ ਦੀ ਦਰਗਾਹ ਦੇ ਵਿੱਚ ਤੁਸੀਂ ਸੁੱਖ ਪਾਓਗੇ। ਸੁੱਖ ਦਾ ਇੱਕੋ ਇੱਕ ਇਹੀ ਤਰੀਕਾ, ਇਹ ਸੁੱਖਾਂ ਦੀ ਕੁੰਜੀ ਹੈ ਕਿ ਨਿਮਰਤਾ ਵਿੱਚ ਰਹੋ। ਸੰਤਾ ਹੋ, ਇਹ ਸੰਤ ਜਨੋ, ਮਤਲਬ ਕਹਿਣ ਦਾ ਕਿ ਇਹ ਜਿਹੜੀ ਕਥਾ ਹੈ ਇਹ ਸਾਡੇ ਵਾਸਤੇ ਨਹੀਂ ਹੈ, ਕਿਉਂਕਿ ਆਪਾਂ ਮੰਨਣੀ ਤਾਂ ਹੈ ਨਹੀਂ, ਆਪਾਂ ਤਾਂ ਹੰਕਾਰੀ ਬੰਦੇ ਆ। ਇਹ ਹੈ ਸੰਤਾਂ ਵਾਸਤੇ। ਜੇ ਅਸੀਂ ਸੰਤ ਬਣਨਾ ਚਾਹੁੰਦੇ ਹਾਂ ਤੇ ਮਹਾਰਾਜ ਨੇ ਸੰਤਾਂ ਨੂੰ ਇਹ ਕਥਾ ਸੁਣਾਈ ਹੈ। ਕਹਿਣ ਦਾ ਭਾਵ ਇਹ ਹੈ ਕਿ ਗੁਰੂ ਘਰ ਵਿੱਚ ਸਾਰੇ ਹੀ ਸੰਤ ਹਨ। ਜਿਹੜੇ ਨਿਮਰਤਾਵਾਨ, ਇਹ ਸੰਗਤ ਵਾਸਤੇ ਹੈ ਮਹਾਰਾਜ ਦਾ ਬਚਨ। ਜਿਹੜਾ ਆਮ ਮਨੁੱਖ ਹੈ ਉਹਨੇ ਆਪਦੀ ਹੰਗਤਾ, ਆਪਦਾ ਹੰਕਾਰ ਛੱਡਣਾ ਨਹੀਂ, ਇਸ ਲਈ ਆਪਦੇ ਘਰ ਰਾਜੀ ਰਹੇ। ਮਹਾਰਾਜ ਕਹਿੰਦੇ ਹੇ ਸੰਤੋ, ਹੇ ਸੰਗਤੋ, ਹੇ ਗੁਰੂ ਦੇ ਸਿੱਖੋ, ਐਸੀ ਕਥੋ ਕਹਾਣੀ, ਅਜਿਹੀ ਨਾਮ ਦੀ ਕਥਾ ਕਹਾਣੀ ਕਹਿਣਾ ਕਰੋ, ਬਾਣੀ ਦੀ ਕਥਾ ਕਰੋ। ਸੋ ਮਹਾਰਾਜ ਜੀ ਦੇ ਨਾਮ ਉਪਦੇਸ਼ ਨੂੰ ਕਥਨ ਕਰੋ। ਸੋਰ ਪਵਿੱਤਰ ਨਰ ਦੇਵ ਪਵਿੱਤਰਾ, ਜਿਸ ਗੁਰਬਾਣੀ ਨਾਮ ਦੀ ਕਥਾ ਕਰਨ ਦੇ ਨਾਲ ਦੇਵਤੇ ਵੀ ਪਵਿੱਤਰ ਹੋ ਜਾਂਦੇ ਨੇ, ਨਰ ਮਨੁੱਖ ਵੀ ਪਵਿੱਤਰ ਹੋ ਜਾਂਦੇ ਨੇ, ਤੇ ਦੇਵੀ ਸੰਪਦਾ ਵਾਲੇ ਜਾਂ ਨਰਾਂ ਦੇ ਦੇਵ ਭਾਵ ਰਾਜੇ ਲੋਕ ਵੀ ਪਵਿੱਤਰ ਹੋ ਜਾਂਦੇ ਹਨ। ਖਿਨ ਬੋਲਹੁ ਗੁਰਮੁਖ ਬਾਣੀ, ਇਸ ਲਈ ਖਿਨ ਖਿਨ ਕਾਲ ਵਿੱਚ ਗੁਰਾਂ ਦੁਆਰਾ ਨਾਮ ਬੋਲੋ। ਬੋਲ ਹਰ ਨਾਮ ਸਫਲ ਸਾ ਕਰੀ। ਬੋਲੋ ਭਾਈ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਕਹਿਣ ਦੇ ਨਾਲ ਘੜੀ ਸਫਲ ਹੁੰਦੀ ਹੈ। ਤੇ ਬਾਣੀ ਵੀ ਬੋਲੋ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ ਰਹਾਉ। ਵਿਸ਼ਰਾਮ ਦੇ ਕਰ ਫੁਰਮਾਨ ਕਰਦੇ ਨੇ। ਹਰ ਪੰਚ ਛੋੜ ਸਹਿਜ ਕਰ ਬੈਸਹੁ, ਹੇ ਭਾਈ ਛਲ ਫਰੇਬ ਨੂੰ ਛੱਡ ਕੇ ਸ਼ਾਂਤੀ ਦੇ ਘਰ ਜਾਂ ਸਹਿਜ ਸਰੂਪ ਰੂਪੀ ਘਰ ਦੇ ਵਿੱਚ ਬੈਠਣਾ ਕਰੋ। ਜਿਹੜਾ ਛਲ ਹੈ ਉਹ ਤਾਂ ਆਮ ਬੰਦੇ ਨਾਲ ਬਾਹਰ ਵੀ ਕਰਨਾ ਮਾੜਾ, ਪਰ ਗੁਰਦੁਆਰੇ ਤਾਂ ਬਿਲਕੁਲ ਹੀ ਇਹ ਕੰਮ ਨਹੀਂ ਕਰਨਾ ਚਾਹੀਦਾ। ਕਿਉਂਕਿ ਜੇ ਹੋਰ ਨਾ ਕੋਈ ਜਾਣੇ ਤਾਂ ਸਤਿਗੁਰੂ ਤਾਂ ਅੰਤਰਜਾਮੀ ਸਭ ਜਾਣਦੇ ਨੇ ਸਾਡੇ ਮਨ ਵਿੱਚ ਕੀ ਚੱਲ ਰਿਹਾ। ਇਸ ਲਈ ਸੋ ਜਿਹੜਾ ਪਰਪੰਚ ਛਲ ਕਰਨਾ, ਫਰੇਬ ਕਰਨਾ, ਈਰਖਾ ਦਵੈਸ਼ ਮਨ ਵਿੱਚ ਰੱਖਣੀ, ਇਹਨੂੰ ਆਪਦੇ ਘਰ ਹੀ ਛੱਡ ਆਓ, ਗੁਰੂ ਘਰ ਨਾਲ ਲੈ ਕੇ ਆਓ। ਅਤੇ ਬੈਸੋ ਆਪਦੀਆਂ ਵਾਸ਼ਨਾਵਾਂ ਨੂੰ ਖਤਮ ਕਰਕੇ ਅਤੇ ਸ਼ਾਂਤੀ ਦੇ ਵਿੱਚ ਇਹ ਸੰਗਤ ਰੂਪੀ ਘਰ ਦੇ ਵਿੱਚ ਸਹਿਜ ਦੇ ਨਾਲ ਬੈਠਣਾ ਕਰੋ। ਝੂਠਾ ਕਹੋ ਨਾ ਕੋਈ, ਅਤੇ ਝੂਠਾ ਬਚਨ ਕਿਸੇ ਨੂੰ ਉੱਕਾ ਹੀ ਨਾ ਆਖੋ। ਕਈ ਐਵੇਂ ਹੀ ਝੂਠੀਆਂ ਅਫਵਾਹਾਂ ਫੈਲਾ ਦਿੰਦੇ ਹਨ। ਮੈਂ ਤੁਹਾਨੂੰ ਆਖਿਆ ਤੁਸੀਂ ਗਾਂ 10 ਨੂੰ ਹੋਰ ਦੱਸਿਆ, 10 ਨੇ ਗਾਂ 100 ਨੂੰ ਦੱਸ ਦਿੱਤਾ, ਗੱਲ ਕੁਛ ਵੀ ਨਹੀਂ। ਇਹ ਝੂਠੀਆਂ ਅਫਵਾਹਾਂ ਹਵਾ ਦੇ ਗੁਬਾਰੇ ਨਾ ਛੱਡੋ ਭਾਈ। ਝੂਠ ਤਾਂ ਕਿਸੇ ਵੀ ਕੀਮਤ 'ਤੇ ਨਹੀਂ ਬੋਲਣਾ ਚਾਹੀਦਾ। ਮਹਾਰਾਜ ਕਹਿੰਦੇ ਨੇ ਭਾਵੇਂ ਕੋਈ ਲੱਖ ਰੁਪਈਆ ਦੇ, ਫਿਰ ਵੀ ਝੂਠੀ ਗਵਾਹੀ ਕਿਸੇ ਦੀ ਨਾ ਦਿਓ, ਕਿਉਂਕਿ ਰੱਬ ਨੂੰ ਜਾਣ ਦੇਣੀ ਹੈ। ਅਤੇ ਝੂਠ ਦੇ ਨਾਲ ਅਗਲਾ ਜਨਮ ਵੀ ਲੈਣਾ ਪੈ ਸਕਦਾ, ਦੁੱਖ ਭੋਗਣਾ ਪੈ ਸਕਦਾ। ਨਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇੱਕ ਪ੍ਰੇਤ ਦੀ ਕਲਿਆਣ ਕੀਤੀ ਸੀ ਦਿੱਲੀ ਦੀ ਹਵੇਲੀ ਦੇ ਵਿੱਚ। ਉਹਨੇ ਦੱਸਿਆ ਕਿ ਮੈਂ ਸ਼ਰੀਕਾਂ ਦੇ ਵਿੱਚ ਝਗੜਾ ਪਾ ਕੇ ਪੰਚਾਇਤ ਦੇ ਵਿੱਚ ਝੂਠੀ ਸਹੁੰ ਕਰਕੇ ਹਵੇਲੀ ਜਿੱਤੀ ਸੀ। ਜਿਹੜਾ ਗੋਂਦਵਾਲ ਸਾਹਿਬ ਦੀ ਜਗ੍ਹਾ, ਇਹ ਗੋਂਦੇ ਖੱਤਰੀ ਦੀ ਭੂਤ ਪ੍ਰੇਤ ਤਾਂ ਹੀ ਵਸਣ ਨਹੀਂ ਸਣ ਦਿੰਦੇ। ਇਹਨੇ ਮੰਨਿਆ ਸੀ ਮਹਾਰਾਜ ਮੈਂ ਭਰਾਵਾਂ ਤੋਂ ਝੂਠੀ ਸਹੁੰ ਖਾ ਕੇ ਇਹ ਜਗ੍ਹਾ ਜਿੱਤੀ ਹੈ, ਇਸ ਲਈ ਅੱਧੀ ਖਾ ਕੇ ਗੁਜ਼ਾਰਾ ਕਰ ਲਓ, ਪਰ ਆਪਦੇ ਹੱਕ ਦੀ ਹਲਾਲ ਦੀ ਖਾਣਾ ਕਰੋ। ਸੋ ਜਿਹੜਾ ਝੂਠ ਬੋਲਣਾ, ਫਰੀਦ ਸਾਹਿਬ ਕਹਿੰਦੇ ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ। ਝੂਠ ਬੋਲਣਾ ਮਾੜਾ ਜੇ। ਜੋ ਗੁਰ ਦੱਸੈ ਵਾਰ, ਜਿਹੜਾ ਗੁਰਾਂ ਨੇ ਪ੍ਰੇਮਾ ਭਗਤੀ ਸੱਚ ਦਾ ਰਸਤਾ ਦੱਸਿਆ,
ਜੋ ਗੁਰ ਦੱਸੈ ਵਾਟ ਮੁਰੀਦਾ ਜੋਲੀ ਹੈ। ਇਹ ਮੁਰੀਦਾਂ ਨੂੰ ਇਹਦੇ 'ਤੇ ਚੱਲਣਾ ਚਾਹੀਦਾ। ਜਿਹੜਾ ਭੂਮੀਆਂ ਚੋਰ ਸੀ ਉਹਨੂੰ ਗੁਰੂ ਸਾਹਿਬ ਨੇ ਇਹ 3 ਬਚਨ ਕਮਾਉਣ ਬਾਰੇ ਆਖਿਆ ਸੀ। ਮਹਾਰਾਜ ਨੇ ਆਖਿਆ ਝੂਠ ਨਾ ਬੋਲੀ। ਕਹਿੰਦਾ ਜੀ 7 ਬਚਨ, ਗਰੀਬ ਮਾਰ ਨਾ ਕਰੀ ਜਾਂ ਨਾ ਹੋਣ ਦੇਈ, ਅਤੇ ਲੋੜ ਖਾ ਕੇ ਹਰਾਮ ਨਾ ਕਰੀ। ਉਹ 3 ਬਚਨ ਉਹਨੂੰ ਉਤਾਰ ਗਏ ਸਨ। ਇਸ ਲਈ ਕੂੜ ਬੋਲ ਮੁਰਦਾਰ ਖਾਏ। ਅੱਜ ਕੱਲ੍ਹ ਮੈਂ ਵੇਖਿਆ ਵੀ ਚੱਲਦਾ ਹੀ ਝੂਠ ਹੈ, ਸੱਚ ਬੋਲ ਕੇ ਗੁਜ਼ਾਰਾ ਹੀ ਨਹੀਂ। ਆ ਜਿੰਨੇ ਮੋਬਾਇਲ ਫੋਨਾਂ ਦੀ ਵਰਤੋਂ ਹੈ ਸਭ ਝੂਠ ਹੀ ਹੈ। ਅਤੇ ਜੇ ਨਾ ਬੋਲੋ ਫਿਰ ਬੰਦਾ ਇਹੋ ਜਿਹਾ ਸੋ ਫਸਦਾ ਕਿ ਨਿਕਲ ਨਹੀਂ ਸਕਦਾ। ਤੋ ਹੁੰਦਾ ਕਿਤੇ, ਬੋਲੀ ਜਾਂਦਾ ਮੈਂ ਕਿਤੇ ਤੁਰਿਆ ਫਿਰਦਾ ਹਾਂ। ਤੋ ਇਸ ਵਾਸਤੇ ਇਹ ਗੁਰੇਜ਼ ਕਰਨਾ ਚਾਹੀਦਾ ਜਿਹਦਾ ਮਤਲਬ ਹੀ ਕੋਈ ਨਹੀਂ, ਜਿਹਦਾ ਲਾਭ ਹੀ ਕੋਈ ਨਹੀਂ ਹੈ, ਜਾਂ ਜਿਹਦੇ ਝੂਠ ਬੋਲਣ ਤੋਂ ਕਿਸੇ ਦਾ ਨੁਕਸਾਨ ਹੁੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਉਹਦੇ ਤੋਂ ਗੁਰੇਜ਼ ਕਰੋ। ਕੂੜ ਬੋਲ ਮੁਰਦਾਰ ਖਾਏ। ਹੁਣ ਮੈਂ ਕਹਿੰਦਾ ਵੀ ਮੈਂ ਮਾਸ ਨਹੀਂ ਖਾਂਦਾ, ਪਰ ਖਾਂਦਾ ਕਿਉਂ ਨਹੀਂ? ਝੂਠ ਤਾਂ ਬੋਲਦਾ ਹੀ ਆ। ਕਹਿੰਦੇ ਭਲਿਆ ਮਾਨਸਾ ਜੋ ਝੂਠ ਬੋਲਣਾ ਇਹੀ ਮੀਟ ਮੁਰਗਾ ਮਾਸ ਖਾਣਾ ਹੈ, ਨੌਨ ਵੈਜ। ਤੁਸੀਂ ਵੈਜੀਟੇਰੀਅਨ ਨਹੀਂ ਖਵਾ ਸਕਦੇ ਜੇ ਝੂਠ ਨਹੀਂ ਤਿਆਗਦੇ। ਜਿਹਨੇ ਝੂਠ ਬੋਲਿਆ ਉਹਨੇ ਸਾਰੇ ਨੌਨ ਵੈਜ ਖਾਣੇ ਖਾ ਲਏ। ਕੂੜ ਬੋਲ ਮੁਰਦਾਰ ਖਾਏ, ਮੁਰਦਾ ਖਾ ਲਿਆ। ਜਿਸ ਤਰ੍ਹਾਂ ਇੱਲ ਮੁਰਦੇ 'ਤੇ ਆ ਕੇ ਬੈਠਦੀ ਹੈ, ਫਿਰਦੀ ਫਿਰਦੀ ਦਹਿ ਦਿਸਾ ਜਲ ਪਰਬਤ ਬਨ ਰਾਏ, ਜਿੱਥੇ ਡਿੱਠਾ ਮਿਰਤ ਕੋ ਇੱਲ ਬੈਠੀ ਆਏ। ਵੇਖਿਆ ਵੀ ਇਹਦੇ ਨਾਲ ਮੈਨੂੰ ਬੜਾ ਲਾਭ ਮਿਲਣਾ, ਉਸੇ ਵਕਤ ਹੀ ਘੁੰਮ ਜਾਣਾ, ਫਿਰ ਜਾਣਾ ਝੂਠ ਬੋਲ ਕੇ। ਮਾਰੇ ਕਹਿੰਦੇ ਕੂੜ ਬੋਲ ਮੁਰਦਾਰ ਖਾਏ, ਅਵਰੀ ਨੂੰ ਸਮਝਾਵਣ ਜਾਏ, ਮੁੱਠਾ ਆਪ ਮੁਹਾਏ ਸਾਥ ਨਾਨਕ ਐਸਾ ਆਗੂ ਜਪੈ। ਇਹੋ ਜਿਹੇ ਦੁਨੀਆ ਦੇ ਜਥੇਦਾਰ, ਧਰਮ ਦੇ ਠੇਕੇਦਾਰ ਇਹੋ ਜਿਹੇ ਆਗੂ ਬਣੇ ਹੋਏ ਨੇ, ਕਿਸੇ 'ਤੇ ਵਿਸ਼ਵਾਸ ਹੀ ਨਹੀਂ ਹੈ। ਆਪਾਂ ਲੱਖਾਂ ਰੁਪਈਏ ਵਕੀਲਾਂ ਨੂੰ ਰੋੜਦੇ ਹਾਂ, ਕੋਰਟ ਕਚਹਿਰੀਆਂ ਵਿੱਚ ਟਾਈਪਿਸਟਾਂ ਨੂੰ ਦਿੰਦੇ ਹਾਂ। ਕਾਰਨ ਕੀ ਹੈ? ਵੀ ਬੰਦੇ ਦੀ ਜ਼ੁਬਾਨ 'ਤੇ ਵਿਸ਼ਵਾਸ ਨਹੀਂ ਹੈ। ਪਤਾ ਨਹੀਂ ਅੱਜ ਹੁਣ ਉਹਨੇ ਆਖਿਆ, ਕੱਲ੍ਹ ਨੂੰ ਕੀ ਤਾਂ ਮੁੱਕਰ ਹੀ ਜਾਏ। ਇਸ ਲਈ ਕਹਿੰਦੇ ਭਾਈ ਕਾਗਜ਼ 'ਤੇ ਲਿਖ ਦਿਓ। ਸਰਕਾਰਾਂ ਨੂੰ ਵੇਖੋ ਕਿੰਨੇ ਕਿੰਨੇ ਮਹਿੰਗੇ ਕਾਗਜ਼ ਖਰੀਦੀ ਦੇ। ਇਹੀ ਗੱਲ ਹੈ, ਝੂਠ ਚੱਲਦਾ ਇੱਕ ਦੂਜੇ ਤੋਂ ਡਰ ਦੇ ਨਾਲ, ਅਤੇ ਪੈਸਾ ਖਰਚਣਾ ਹੀ ਪੈਂਦਾ ਹੈ। ਜੇ ਬੰਦੇ ਦਾ ਵਿਸ਼ਵਾਸ ਹੋਵੇ, ਪੁਰਾਣੇ ਸਿੱਖ ਮੁਸਲਮਾਨ ਭਾਵੇਂ ਗੋਰੇ ਕਿੰਨਾ ਮਰਜ਼ੀ ਬੁਰਾ ਕਹਿੰਦੇ ਅਤੇ ਇਹਨਾਂ ਦਾ ਨੁਕਸਾਨ ਕਰਦੇ, ਪਰ ਕੋਰਟ ਕਚਹਿਰੀਆਂ ਵਿੱਚ 100 ਬੰਦਾ ਇੱਕ ਪਾਸੇ ਖੜ੍ਹਾ ਹੋਵੇ, ਸਿੱਖ ਇੱਕ ਪਾਸੇ ਗਵਾਹੀ ਦੇ ਦਿੰਦਾ। ਸਿੱਖ ਦਾ ਵਚਨ ਸੱਚਾ ਮੰਨਿਆ ਜਾਂਦਾ ਸੀ ਕਿ ਗੁਰੂ ਗੋਬਿੰਦ ਸਿੰਘ ਦਾ ਸਿੱਖ ਕਿਤੇ ਝੂਠ ਨਹੀਂ ਬੋਲਦਾ। ਪਰ ਹੁਣ ਜੰਮਦੇ ਬੱਚੇ ਹੀ ਪਤਾ ਨਹੀਂ ਝੂਠ ਕਿੱਥੋਂ ਸਿੱਖ ਲੈਂਦੇ ਹਨ। ਸੋ ਮਹਾਰਾਜ ਕਹਿੰਦੇ ਨੇ ਕੂੜ ਬੋਲ ਮੁਰਦਾਰ ਖਾਏ, ਅਵਰੀ ਨੂੰ ਸਮਝਾਵਣ ਜਾਏ, ਮੁੱਠਾ ਆਪ ਮੁਹਾਏ ਸਾਥੇ ਨਾਨਕ ਐਸਾ ਆਗੂ ਜਾਪੈ। ਸੋ ਕੂੜ ਫਿਰੈ ਪ੍ਰਧਾਨ ਮੇ ਲਾ ਲਓ। ਇਹੋ ਜਿਹੇ ਦੁਨੀਆ ਦੇ ਆਗੂ ਹਨ, ਇਹਨਾਂ ਤੋਂ ਬਚਣਾ ਚਾਹੀਦਾ। ਜੇ ਆਪਾਂ ਹੰਕਾਰ ਕਰੀਏ, ਲਓ ਇਹ ਵੀ ਗੱਲ ਕਰਦੇ ਹਾਂ ਵੀ ਮੈਂ ਝੂਠ ਨਹੀਂ ਬੋਲਦਾ, ਆਪਾਂ ਸੱਚ ਬੋਲਦੇ ਹਾਂ। ਪਰ ਸਾਧ ਸੰਗਤ ਜੀਓ, ਗੁਰੂ ਸਾਹਿਬ ਦੇ ਕਹਿਣ ਦਾ ਮਤਲਬ ਕੀ ਹੈ? ਮਹਾਰਾਜ ਨੇ ਝੂਠ ਛੱਡਣ ਦਾ ਮਤਲਬ ਇਹ ਕੱਢਿਆ ਹੈ, ਇਹ ਨਹੀਂ ਵੀ ਝੂਠ ਬੋਲਣਾ ਹੀ ਝੂਠ ਹੈ। ਜੇ ਆਪਾਂ ਨਾ ਵੀ ਬੋਲੀਏ, ਸੱਚ ਬੋਲੀ ਜਾਈਏ, ਤਾਂ ਵੀ ਗੁਰੂ ਮਹਾਰਾਜ ਦੇ ਦਰ 'ਤੇ ਪ੍ਰਵਾਨ ਨਹੀਂ ਹਾਂ। ਕਿਉਂ? ਕਿਉਂਕਿ ਜਿੱਥੋਂ ਤੱਕ ਮੈਨੂੰ ਸਮਝ ਆਈ ਉਹ ਇਹ ਹੈ, ਜੋ ਗੁਰੂ ਸਾਹਿਬ ਜੀ ਕਹਿਣਾ ਚਾਹੁੰਦੇ ਨੇ, ਗੁਰਬਾਣੀ ਤੋਂ ਬਗੈਰ ਜੋ ਵੀ ਆਪਾਂ ਬੋਲਦੇ ਸਭ ਝੂਠ ਹੀ ਹੈ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜੇ ਨਹੀਂ ਝੂਠ ਤਾਂ ਦੱਸੋ। ਸਰੀਰ ਵੀ ਝੂਠ ਹੀ ਹੈ। ਹੁਣ ਮੇਰਾ ਨਾਮ ਜਿਸ ਤਰ੍ਹਾਂ ਹੈ, ਉਹਦੇ ਅਰਥ ਬੰਦਾ ਕੱਢ ਕੇ ਅਤੇ ਉਹ ਢੁਕਾਏ, ਨਾਮ ਦੇ ਅਰਥ ਢੁਕਦੇ ਨਹੀਂ ਸਰੀਰ 'ਤੇ, ਫਿਰ ਨਾਮ ਹੀ ਝੂਠਾ। ਤੋ ਇਸੇ ਤਰ੍ਹਾਂ ਜੇ ਕਿਸੇ ਦਾ ਨਾਂ ਅਮਰ ਸਿੰਘ ਹੈ, ਅਤੇ ਇਹਦਾ ਮਤਲਬ ਵੀ ਉਹ ਮਰੇਗਾ ਨਹੀਂ।
ਝੂਠ ਹੀ ਹੈ, ਨਾਮ ਹੀ ਝੂਠਾ ਰੱਖਿਆ ਵਾ, ਸਰੀਰ ਵੀ ਝੂਠਾ। ਇਹ ਪਹਿਲਾਂ ਕਿੱਥੇ ਸੀਗਾ, ਬਾਅਦ 'ਚ ਕਿੱਥੇ ਜਾਊਗਾ? ਇਉਂ ਸਤਿਗੁਰੂ ਨਾਨਕ ਦੇਵ ਮਹਾਰਾਜ ਲੌਜਿਕ ਦਿੰਦੇ ਨੇ ਝੂਠ ਦਾ। ਕਹਿੰਦੇ ਸ਼ਲੋਕ ਮਹੱਲਾ ਪਹਿਲਾ, ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ। ਗੱਲ ਹੀ ਮੁਕਾਤੀ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ। ਕੂੜ ਕੂੜਾ ਨੇਹੋਂ ਲੱਗਾ। ਗੱਲ ਤਾਂ ਲਗਾਵ ਦੀ ਹੈ, ਪ੍ਰੇਮ ਦੀ ਹੈ। ਜੇ ਆਪਾਂ ਸੱਚ ਨਾਲ ਜੁੜ ਜਾਵਾਂਗੇ, ਬਾਣੀ ਨਾਲ ਜੁੜਾਂਗੇ ਤੇ ਆਪਣੇ ਆਪ ਹੀ ਸੱਚੇ ਬਣ ਜਾਵਾਂਗੇ। ਜੇ ਝੂਠ ਦੇ ਨਾਲ ਪ੍ਰੇਮ ਹੋਊ, ਭਾਵੇਂ ਆਪਦਾ ਸਰੀਰ ਹੀ ਹੈ, ਇਹਦੇ ਮੋਹ 'ਚ, ਇਹਦੇ ਤਿਆਰੀ ਫਿਆਰੀ, ਇਹਨੂੰ ਹੀ ਸਜਾਉਣ 'ਚ ਲੱਗੇ ਜਾਵਾਂਗੇ ਤਾਂ ਫਿਰ ਝੂਠ ਹੈ। ਜਿੰਨਾ ਮਰਜ਼ੀ ਸੱਚ ਬੋਲ ਲਈਏ, ਨਾਮ ਤਾਂ ਜਪਦੇ ਕੋਈ ਨਹੀਂ। ਨਾਮ ਤੋਂ ਬਗੈਰ ਇਕੱਲਾ ਸੱਚ ਬੋਲਣਾ ਥੋੜ੍ਹਾ ਗੁਜ਼ਾਰਾ ਹੋਣਾ। ਕੂੜ ਕੂੜਾ ਨੇਹੋਂ ਲੱਗਾ ਵਿਸਰਿਆ ਕਰਤਾਰ। ਕਰਤਾਰ ਦਾ ਸੱਚਾ ਨਾਮ ਤਾਂ ਵਿਸਰਿਆ ਹੋਇਆ। ਇਸ ਲਈ ਮਹਾਰਾਜ ਕਹਿੰਦੇ ਵੀ ਭੁੱਲ ਕੇ ਵੀ ਭਾਈ ਗੁਰਮੁਖੋ ਬਾਣੀ ਤੋਂ ਬਗੈਰ ਕਦੀ ਵੀ ਨਾ ਬੋਲਾ। ਸੰਤ ਜਿਹੜੇ ਮਹਾਂਪੁਰਖ ਹੰਸਾਲੀ ਵਾਲਿਆਂ ਦੇ ਆਪਾਂ ਦਰਸ਼ਨ ਕਰਦੇ ਰਹੇ ਹਾਂ, ਮੈਂ ਜ਼ਿੰਦਗੀ ਭਰ ਉਹਨਾਂ ਦਾ ਬੋਲ ਨਹੀਂ ਸੁਣਿਆ। ਮਹਾਂਪੁਰਖ ਬਾਬੇ ਠਾਕੁਰ ਸੋਹਣ 20-25 ਸਾਲ ਰਹੇ ਹਾਂ ਅਤੇ ਗੁਰੇਜ਼ ਹੀ ਕਰੀਦਾ ਸੀਗਾ। ਜੇ ਬੋਲਣ ਵੀ ਤਾਂ ਵੀ ਆਸੇ ਪਾਸੇ ਹੋ ਜਾਈਦਾ ਵੀ ਨਾ ਹੀ ਸੁਣੀਏ। ਬਹੁਤ ਘੱਟ ਬੋਲਦੇ, ਜੇ ਬੋਲਦੇ ਸਮਝ ਹੀ ਨਾ ਆਉਂਦੀ, ਲਾਗੇ ਕੰਨ ਕਰਕੇ ਸਮਝਣਾ ਪੈਂਦਾ। ਜਿਹੜੇ ਬ੍ਰਹਮ ਗਿਆਨੀ ਹੁੰਦੇ, ਸੰਤ ਹੁੰਦੇ, ਉਹ ਤਾਈਓਂ ਪਤਾ ਨਹੀਂ ਬੋਲਦੇ। ਮਹਾਂਪੁਰਖ ਬਾਬਾ ਜਰਨੈਲ ਸਿੰਘ ਜੀ ਖਾਲਸਾ, ਸੋ ਮਹਾਰਾਜ ਦਾ ਪ੍ਰਚਾਰ ਕਰਨਾ, ਕਥਾ ਕਰਨੀ ਅਤੇ ਕੌਮ ਦੀ ਜ਼ਿੰਮੇਵਾਰੀ ਤਾਂ ਵੱਖਰੀ ਗੱਲ ਹੈ, ਪਰ ਉਂਝ ਨਹੀਂ ਸੀ ਬੋਲਦੇ। ਸ਼ਾਇਦ ਤਾਈਓਂ ਚੁੱਪ ਰਹਿੰਦੇ ਨੇ ਕਿ ਕੋਈ ਝੂਠਾ ਬਚਨ ਨਾ ਨਿਕਲ ਜਾਏ, ਜਾਂ ਬਾਣੀ ਤੋਂ ਬਗੈਰ ਜਿਹਨੇ 101 ਪਾਠ ਜਪਜੀ ਸਾਹਿਬ ਦਾ ਕਰਨਾ ਅਤੇ 5 ਗ੍ਰੰਥੀ 3-3 ਵਾਰ ਸੁਣਨੀ, ਸੁਖਮਨੀ ਸਾਹਿਬ ਦੇ ਪਾਠ 5-5 ਵਾਰ ਸੁਣਨੇ, ਉਹਨੂੰ ਬੋਲਣ ਦਾ ਟਾਈਮ ਕਿੱਥੇ ਭਾਈ? ਇਸ ਲਈ ਕਹੋ ਕਬੀਰ ਸ਼ੂਸ਼ਾ ਘੱਟ ਬੋਲੇ, ਭਰਿਆ ਹੋਏ ਸੋ ਕਭੂ ਨਾ ਡੋਲੇ। ਮਹਾਰਾਜ ਕਹਿੰਦੇ ਬਾਣੀ ਤੋਂ ਬਗੈਰ ਕੋਈ ਵੀ ਬਚਨ ਨਾ ਬੋਲੋ। ਜਿੰਨਾ ਚੁੱਪ ਰਹੋਗੇ, ਚੁੱਪ ਦੀ ਵੀ ਇੱਕ ਸ਼ਕਤੀ ਜੇ, ਇੱਕ ਪਾਵਰ ਹੈ। ਬੋਲਣ ਦੇ ਨਾਲ ਪਾਵਰਾਂ ਲੋਸ ਹੁੰਦੀਆਂ ਨੇ। ਜਿੰਨਾ ਬੋਲੋਗੇ ਓਨਾ ਤੁਹਾਡਾ ਪ੍ਰਭਾਵ ਘਟੂਗਾ। ਬੋਲਣ ਦੇ ਨਾਲ ਹੀ ਸੋ ਬੰਦਾ ਪ੍ਰਗਟ ਹੋ ਜਾਂਦਾ ਹੈ ਕਿ ਇਹਦੇ ਵਿੱਚ ਕਿੰਨਾ ਕੁ ਗੁਣ ਹੈ। ਤਾਂ ਇਸ ਵਾਸਤੇ ਜੇ ਚੁੱਪ ਰਹਾਂਗੇ ਤਾਂ ਗੁਣ ਬਣੇ ਰਹਿਣਗੇ। ਜਿੰਨਾ ਬੋਲਾਂਗੇ ਉਨੇ ਗੁਣ ਘਟਣਗੇ ਅਤੇ ਉਨੀ ਜਿਹੜੀ ਪਾਵਰ ਹੈ ਉਨੀ ਲੋਸ ਹੋਊਗੀ। ਇਸ ਲਈ ਚੁੱਪ ਦੀ ਸ਼ਕਤੀ ਨੂੰ ਆਪ ਦੇ ਵਿੱਚ ਸਮੋ ਕੇ ਰੱਖੋ। ਤੋ ਬਾਣੀ ਤੋਂ ਬਗੈਰ ਦੁਨਿਆਵੀ ਝੂਠੇ ਬਚਨ ਨਾ ਬੋਲੋ ਵੀ ਕਿਸੇ ਦੀ ਨਿੰਦਿਆ ਨਾ ਹੋ ਜਾਏ ਅਤੇ ਕੋਈ ਲੜਾਈ ਨਾ ਪੈ ਜਾਏ। ਇਸ ਤਰ੍ਹਾਂ ਡਰੋ, ਤੋਲ ਕੇ ਕਹਿੰਦੇ ਬਚਨ ਬੋਲਣਾ ਕਰੋ। ਸਤਿਗੁਰ ਮਿਲਹੁ ਨਵੈ ਨਿਧ ਪਾਵਹੁ। ਸਤਿਗੁਰੂ ਨਾਲ ਮਿਲੋ ਅਤੇ ਗੁਰਾਂ ਪਾਸੋਂ ਨੌ ਨਿਧਾਂ ਰੂਪ ਨਾਮ ਨੂੰ, ਭਗਤੀ ਨੂੰ ਪ੍ਰਾਪਤ ਕਰ ਲਵੋ। ਕੋਈ ਗੁਰੂ ਘਰ ਦੀ ਗੱਲ ਸੁਣੋ ਜਿਸ ਕਰਕੇ ਅੱਗੇ ਆਪਾਂ ਸੁਣਾ ਸਕੀਏ। ਤੋ ਜਦ ਵੀ ਬੋਲੀਏ, ਬੋਲ ਹਰ ਨਾਮ ਸਫਲ ਸਾ ਕਰੀ, ਹਰੀ ਨਾਮ ਬੋਲੀਏ। ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਮਹਾਰਾਜ ਦੀ ਕਥਾ ਕਹਾਣੀ ਨੂੰ ਬੋਲੀਏ। ਇਨ ਬਿਦ ਤਤ ਬਲੋਈ। ਇਸ ਤਰੀਕੇ ਨਾਲ ਤਤ ਸਰੂਪ ਨੂੰ ਵਿਚਾਰਨਾ ਕਰੋ। ਪਰਮ ਚਕਾਵੋ ਗੁਰਮੁਖ ਲਿਵ ਲਾਵਹੁ। ਇਹ ਭਾਈ ਮੁਖੀ ਗੁਰਾਂ ਦੁਆਰਾ ਹਰੀ ਵਿੱਚ ਲੈ ਬਿਰਤੀ ਪ੍ਰੀਤੀ ਲਾਵੋ ਤੇ ਆਪਣੇ ਅੰਦਰੋਂ ਭਰਮ ਦੇ ਪਰਦੇ ਨੂੰ ਚੁਕਾ ਦੇਵੋ। ਆਤਮ ਚੀਨਹੁ ਪਾਈ। ਅਰੇ ਆਪਣੀ ਆਤਮਾ ਨੂੰ ਜਾਣੋ ਜਾਂ ਆਪ ਦੇ ਸਰੂਪ ਨੂੰ ਹਿਰਦੇ ਵਿੱਚ ਪਹਿਚਾਨਣਾ ਕਰੋ। ਨਿਗਟ ਕਰ ਜਾਣੋ ਸਦਾ ਪ੍ਰਭ ਹਾਜ਼ਰ। ਸਾਧ ਹਜੂਰ ਹਾਜ਼ਰ ਹੈ ਨਾਜ਼ਰ, ਕਤੇ ਨਾ ਭਇਓ ਦੁਰਾਈ। ਪਰਮੇਸ਼ਰ ਨੂੰ ਹਮੇਸ਼ਾ ਆਪਦੇ ਕੋਲ ਅੰਗ ਸੰਗ ਜਾਣੋ। ਕਿਸ ਸਿਉ ਕਰੋ ਬੁਰਾਈ। ਜਦ ਤੁਸੀਂ ਨੇੜੇ ਤੋਂ ਨੇੜੇ ਆਪਣਾ ਆਤਮਾ ਰੂਪ ਕਰਕੇ ਜਾਣੋਗੇ, ਫਿਰ ਕਿਹਦੇ ਨਾਲ ਬੁਰਾਈ ਕਰੋਗੇ? ਬੁਰਾ ਤੁਸੀਂ ਕਰ ਹੀ ਨਹੀਂ ਸਕਦੇ ਕਿਸੇ ਦਾ। ਭਾਵ ਸਭ ਵਿੱਚ ਪ੍ਰਭੂ ਦੀ ਜੋਤ ਹੀ ਤੁਹਾਨੂੰ ਦਿਸਣ ਲੱਗ ਜਾਵੇਗੀ। ਬੁਰਿਆਂ ਨਾਲ ਬੁਰਿਆਈ ਕਰਨੀ, ਮਾਫ ਕਰਨ ਗਈ ਸਿਆਣੇ। ਬੁਰਿਆਂ ਨਾਲ ਫਿਰ ਨੇਕੀ ਕਰਨੀ
ਇਹ ਗੁਰੂ ਨਾਨਕ ਜਾਣੇ। ਸਤਿਗੁਰ ਮਿਲਿਆ ਮਾਰਗ ਮੁਕਤਾ। ਸਭ ਤੋਂ ਪਹਿਲਾਂ ਗੁਰਦੁਆਰੇ ਆਵੋ, ਸਤਿਗੁਰਾਂ ਦੇ ਨਾਲ ਮਿਲੋ। ਮਹਾਰਾਜ ਨਾਲ ਮਿਲਣ ਕਰਕੇ ਮੁਕਤੀ ਦਾ ਗਿਆਨ ਰੂਪੀ ਰਸਤਾ ਪ੍ਰਾਪਤ ਹੁੰਦਾ ਹੈ। ਸਹਿਜੇ ਮਿਲੇ ਸੁਆਮੀ। ਅਤੇ ਸੁਭਾਵਕ ਹੀ ਮਾਲਕ ਪਰਮਾਤਮਾ ਜੀ ਮਿਲ ਪੈਂਦੇ ਹਨ। ਧੰਨ ਧੰਨ ਸੇ ਜਨ ਜਿਨ ਕਲ ਮੈਂ ਹਰ ਪਾਇਆ। ਉਹ ਮਨੁੱਖ ਮਨ ਬਾਣੀ ਸਰੀਰ ਕਰਕੇ ਧਨਤਾ ਯੋਗ ਨੇ, ਜਿਨ੍ਹਾਂ ਨੇ ਇਸ ਕਲਯੁਗ ਦੇ ਵਿੱਚ ਗੁਰਾਂ ਦੁਆਰਾ ਹਰੀ ਪ੍ਰਮਾਤਮਾ ਨੂੰ ਪਾਇਆ ਹੈ। ਨਾ ਜਨ ਨਾਨਕ ਸਦ ਕੁਰਬਾਨੀ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਅਸੀਂ ਉਹਨਾਂ ਜਨਾਂ ਤੋਂ ਹਮੇਸ਼ਾ ਸੈਂਕੜੇ ਵਾਰ ਕੁਰਬਾਨ ਬਲਿਹਾਰ ਜਾਂਦੇ ਹਾਂ। ਭੁੱਲਾਂ ਚੁੱਕਾ ਖਿਮਾ ਕਰਨੀਆਂ ਜੀ, ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ। ਗੁਰੂ ਸਾਹਿਬ ਦੀ ਕਿਰਪਾ ਹੋਵੇ। ਇਹ ਜਿੰਨੇ ਵੀ ਮਹਾਰਾਜ ਦੇ ਬੋਲ ਹਨ, ਇਹ ਸਾਡੇ ਹਿਰਦਿਆਂ ਦੇ ਵਿੱਚ ਇਹੋ ਜਿਹੇ ਵਸਣ ਕਿ ਗੁਰੂ ਸਾਹਿਬ ਦੀ ਸਾਡੇ ਤੇ ਖੁਸ਼ੀ ਹੋਵੇ ਜੀ। ਸਤਿਗੁਰ ਮਿਲਿਆ ਮਾਰਗ ਮੁਕਤਾ। ਸਹਿਜੇ ਮਿਲੇ ਸੁਆਮੀ। ਧੰਨ ਧੰਨ ਸੇ ਜਨ ਜਿਨ ਕਲ ਮੈਂ ਹਰ ਪਾਇਆ। ਜਨ ਨਾਨਕ ਸਦ ਕੁਰਬਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।